बिघ्नन के नाशक श्री हरगोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम किरपाला परम किरपाला श्री गुरु गोबिंद सिंह बिसाला तरों धरा पर पुन पुन सीसा पुन पुन सीसा बंदो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सच होए वाहिगुरु जी की फतेह बिघ्न विनाशन सोए। सतनाम श्री वाहिगुरु साहिब जी चौपाई। बाजीगर जिम बाजी पावह अनेक रूप कर स्वांग दिखावह क्रिया करावत अनेक प्रकारा फिर हैं लर हैं बड़ बांध अखारा बाजीगर जिम बाजी पावै। धन धन सच्चे पातशाह गरीब नवाज दीन दुनिया दे मालक चवर छत्र तखत दे मालक समरथ गुरु प्रतख गुरु दीन दयाल कृपाल अंतरजामी पूਰਨ पार ब्रह्म परमेश्वर वाहिगुरु अकाल पुरख स्वरूप प्रतख सच्चे पातशाह दासां गरीबां सिखां सेवकां दी सदा ही इज्जत रखण वाले पत रखण वाले दया करन वाले रहमतां करन वाले बख्शिशां करन वाले हाजरा हजूर गुरु जहरा जहूर गुरु सर्ब कला भरपूर सतगुरु धन धन सच्चे पातशाह गरीब नवाज धन धन सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज। बड़े ही प्यार दे नाल समूह सिख संगत दोवें हाथ जोड़ो गज के कहो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज। सतगुरु गरीब नवाज सच्चे पातशाह जी दा पावन पवित्र कीर्तन गुरु जी दी बाणी दा आप जी ने बड़े ही प्यार दे नाल सरवण कीता है। कुछ समा आपां महाराज जी दे चरनां दे विच बैठना है। गुरु जी दा महान पवित्र जस सतगुरु जी दी वडियाई शोभा गुरु जी दी कथा सरवण करनी है। प्यार दे नाल दोवें हाथ जोड़ के गज के सारी संगत फतेह बुलाओ जी। वाहिगुरु जी का खालसा वाहिगुरु जी की फतेह। भन मथुरा कछ भेद नहीं गुर अर्जन प्रतख हर। धन श्री गुरु अर्जन देव महाराज ने समय दे नाल इस धरती ते आवना है और इस जीवां दा कल्याण करना है। बहुत सारे लोगों ने ये गल्लां पहलां ही कर दित्तियां सन जी। तुसां सुनिया जदों महाराज श्री संतोख सर साहब जी की सेवा करवा रहे सन धरती दे विचों हेठां मठ निकलिया मठ दे विचों जोगी निकलिया। जोगी नूं जदों पता लगा ये हन गुरु अर्जन देव महाराज जोगी ने कहा महाराज मेरा गुरु जानी जान होया है। मेरा गुरु बड़ी समर्था वाला सी पर उन्हें कहा
ਤੈਨੂੰ ਮੈਂ ਮੁਕਤੀ ਨਹੀਂ ਦੇ ਸਕਦਾ, ਮੁਕਤੀ ਤੈਨੂੰ ਗੁਰੂ ਅਰਜਨ ਦੇਵ ਜੀ ਦੇਣਗੇ। ਸੋ ਮਹਾਰਾਜ ਮੈਂ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਉਸ ਜੋਗੀ ਨੇ ਕੁਝ ਸਵਾਲ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਉਹਦੇ ਵਿੱਚੋਂ ਉਹ ਜਿਹੜੇ ਸਵਾਲ ਨੇ ਉਹ ਬੜੇ ਮਹਿੰਗੇ ਸਵਾਲ ਨੇ, ਪਰ ਮੈਂ ਸਿੱਧੀ ਜੀ ਇਹ ਗੱਲ ਕਹਿ ਦਿਆਂ, ਤੁਹਾਨੂੰ ਚੇਤਾ ਵੀ ਜਿਹੜੀ ਰਹਿ ਜੇ। ਇੱਕ ਤੇ ਇਹ ਵੀ ਸੰਸਾਰ ਸੱਚ ਕਿਉਂ ਭਾਸਦਾ ਹੈ, ਝੂਠਾ ਸੱਚ ਕਿਉਂ ਭਾਸਦਾ। ਦੂਜਾ, ਮੈਂ ਆਪਣੀ ਆਤਮਾ ਨੂੰ ਕਿਵੇਂ ਜਾਣਾ। ਮੁੱਖ ਜਿਹੜੇ ਸਵਾਲ ਨੇ ਕਰ ਕਰਾ ਕੇ ਦੋ ਮੁੱਖ ਸਵਾਲ ਨਿਕਲਦੇ, ਮੈਂ ਆਪਣੀ ਆਤਮਾ ਨੂੰ ਕਿਵੇਂ ਜਾਣਾ। ਸੰਗਤ ਜੀ ਸਾਰੇ ਬੰਦੇ ਇਸ ਪਾਸੇ ਨਹੀਂ ਤੁਰਦੇ ਜੀ। ਜੇ ਤੁਸੀਂ ਕਹੋ ਵੀ ਇਹ ਸਾਰੇ ਬੰਦੇ ਸੰਸਾਰ ਦੇ ਇਸ ਪਾਸੇ ਤੁਰ ਪੈਣ, ਨਹੀਂ। ਬਹੁਤ ਸਾਰੇ ਲੋਕ ਜਪ ਤਪ ਭਜਨ ਬੰਦਗੀ ਵਿੱਚ ਲੱਗੇ ਹੋਏ ਨੇ, ਬੜੀ ਚੰਗੀ ਗੱਲ ਹੈ, ਕਰਨਾ ਚਾਹੀਦਾ, ਭਜਨ ਬੰਦਗੀ ਵਿੱਚ ਲੱਗਣਾ ਚਾਹੀਦਾ, ਪਰ ਉਹਨਾਂ ਦੀਆਂ ਮੰਗਾਂ ਹੋਰ ਨੇ ਜੀ। ਕੋਈ ਸੁੱਖ ਮੰਗਦਾ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਭਾਵੇਂ ਮਹਾਰਾਜ ਦੂਧ ਪੂਤ ਕੇ ਦਵਾਈਆ ਰੋਗ ਸੋਗ ਕੇ ਮਿਟਾਈਆ ਹਨ। ਪਰ ਸੰਗਤ ਜੀ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸਮਰੱਥ ਹੈ, ਉਹਦੀ ਪ੍ਰਾਪਤੀ ਵਿੱਚ ਕੋਈ ਵਿਰਲਾ ਹੀ ਜੁੜਿਆ ਜੀ। ਮੈਂ ਉਸ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ, ਉਸ ਦੀ ਭੁੱਖ ਹੀ ਕਿਸੇ ਨੂੰ ਲੱਗ ਜੇ, ਬੜੀ ਵੱਡੀ ਗੱਲ ਹੈਗੀ ਜੀ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨਾ ਲਾਗਹਿ ਦੁਖ। ਜਿਸ ਰੱਬ ਦੇ ਪਿਆਰੇ ਨੂੰ ਰੱਬ ਦੀ ਭੁੱਖ ਹੈਗੀ ਹੈ, ਉਹਨੂੰ ਕੋਈ ਦੁੱਖ ਨਹੀਂ ਲੱਗਦਾ ਜੀ। ਤੇ ਜਿਹਦੀ ਭੁੱਖ ਵਿੱਚ ਇੰਨਾ ਆਨੰਦ ਹੈਗਾ ਜੀ, ਉਹਦੇ ਮਿਲਾਪ ਵਿੱਚ ਕਿੰਨਾ ਆਨੰਦ ਹੋਏਗਾ ਜੀ। ਸੋ ਆਪ ਜੀ ਨੇ ਸਰਵਣ ਕੀਤਾ। ਉਹਨੇ ਕਿਹਾ ਜੋਗੀ ਨੇ, ਮਹਾਰਾਜ ਮੈਂ ਆਪਣੇ ਨਿੱਜ ਸਰੂਪ ਨੂੰ ਕਿਵੇਂ ਜਾਣਾ, ਆਤਮ ਰੂਪ ਦੀ ਮੈਂ ਪਛਾਣ ਕਿਵੇਂ ਕਰਾਂ। ਗੁਰੂ ਸਾਹਿਬ ਮਹਾਰਾਜ ਨੇ ਫਿਰ ਉਹਨੂੰ ਕੁਝ ਉਦਾਹਰਣਾਂ ਦਿੱਤੀਆਂ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਵੇਖ ਸੰਸਾਰ ਸੁਪਨੇ ਵਰਗਾ ਹੈ। ਪ੍ਰਮਾਣ ਦਿੱਤਾ। ਸੁਪਨੇ ਦੇ ਵਿੱਚ ਸ਼ੇਰ ਆਇਆ ਜੀ ਬੰਦੇ ਨੂੰ ਡਰਾਉਣ ਵਾਸਤੇ। ਸ਼ੇਰ ਆ ਕੇ ਡਰਾ ਰਿਹਾ, ਬੰਦਾ ਸੁਪਨੇ 'ਚ ਦੌੜ ਰਿਹਾ, ਪਰ ਹਕੀਕਤ ਵਿੱਚ ਉੱਠ ਕੇ ਨਹੀਂ ਦੌੜਨ ਲੱਗ ਪੈਂਦਾ ਜੀ। ਉਹਨੂੰ ਸੁਪਨਾ ਪਤਾ ਵੀ ਇਹ ਸੁਪਨਾ ਹੈ। ਗਿਆਨਵਾਨ ਪੁਰਸ਼ ਇਸੇ ਤਰ੍ਹਾਂ ਉਹਨਾਂ ਨੂੰ ਪਤਾ ਹੈ ਵੀ ਸੰਸਾਰ ਸੁਪਨਾ ਹੈ, ਪਰ ਉਹ ਹਕੀਕਤ ਵਿੱਚ ਰੱਬ ਨਾਲ ਹੀ ਜੁੜੇ ਰਹਿੰਦੇ ਆ ਜੀ। ਮਹਾਰਾਜ ਕਹਿੰਦੇ ਉਦੋਂ ਬਣਦਾ ਜਦੋਂ ਕੋਈ ਗੁਰੂ ਸਾਹਿਬ ਬੰਦੇ ਨੂੰ ਮਿਲ ਪੈਣ, ਉਹਨੂੰ ਜਗਾ ਦੇਣ ਜੀ, ਸੁੱਤੇ ਹੋਏ ਬੰਦੇ ਨੂੰ। ਹੁਣ ਵੇਖੋ ਨਾ ਜੀ, ਇੱਕ ਬੰਦਾ ਸੁੱਤਾ ਪਿਆ, ਸੁਪਨੇ 'ਚ ਸ਼ੇਰ ਉਹਨੂੰ ਡਰਾਉਂਦਿਆ ਜੀ, ਉਹ ਬੜਾ ਘਬਰਾਇਆ, ਭੱਜਣ ਦਿਆ ਜੀ, ਭੱਜਦਾ ਡਿੱਗ ਜਾਂਦਾ, ਫਿਰ ਉੱਠ ਕੇ ਭੱਜਣ ਲੱਗ ਪੈਂਦਾ ਜੀ। ਇੰਨੇ ਚਿਰ ਨੂੰ ਇੱਕ ਜਾਗਿਆ ਹੋਇਆ ਬੰਦਾ ਆ ਗਿਆ, ਉਹਨੇ ਉਹਨੂੰ ਹਿਲਾ ਦਿੱਤਾ ਜੀ। ਹਾਂਜੀ, ਉਹ ਸ਼ੇਰ ਦਾ ਜਿਹੜਾ ਸੁਪਨੇ 'ਚ ਡਰ ਸੀਗਾ ਉਹ ਮੁੱਕ ਗਿਆ ਜੀ। ਇਸੇ ਤਰ੍ਹਾਂ ਗੁਰੂ ਸਾਹਿਬ ਜਾਗੇ ਹੋਏ ਹਨ, ਰੱਬ ਦੇ ਪਿਆਰੇ ਜਾਗੇ ਹੋਏ ਹਨ। ਜਦੋਂ ਕੋਈ ਜਾਗਿਆ ਹੋਇਆ ਮਿਲ ਜਾਂਦਾ ਨਾ ਜੀ, ਉਹ ਫਿਰ ਬੰਦੇ ਨੂੰ ਜਗਾ ਦਿੰਦਾ ਜੀ। ਕਿਵੇਂ ਜਗਾ ਦਿੰਦਾ ਜੀ? ਆਪਾਂ ਮੋਹ ਦੀ ਨੀਂਦ 'ਚ ਸੁੱਤੇ ਪਏ ਆ, ਅਵਿਦਿਆ ਦੀ ਨੀਂਦ 'ਚ ਸੁੱਤੇ ਪਏ ਆ, ਸਭ ਕੁਝ ਹੁੰਦਿਆਂ ਸੁਣਦਿਆਂ ਵੀ ਬੰਦਾ ਸੁੱਤਾ ਪਿਆ ਜੀ। ਗੁਰੂ ਸਾਹਿਬ ਇਸ ਨੀਂਦ ਵਿੱਚੋਂ ਬੰਦੇ ਨੂੰ ਜਗਾਉਂਦੇ ਹਨ। ਸੋ ਆਪ ਜੀ ਨੇ ਇਹ ਮਹਾਰਾਜ ਨੇ ਪ੍ਰਮਾਣ ਦਿੱਤਾ। ਉਹਨੂੰ ਹੋਰ ਸੌਖਾ ਸਮਝ ਆ ਜੇ, ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ ਜੀ। ਸੋਹੀ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ। ਸੋਹੀ ਮਹੱਲਾ ਪੰਜਵਾਂ, ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਇਸ ਸ਼ਬਦ ਵਿੱਚ ਮਹਾਰਾਜ ਨੇ ਬੜੀਆਂ ਉਦਾਹਰਣਾਂ ਦਿੱਤੀਆਂ, ਬੰਦੇ ਦੇ ਸਮਝ ਪੈ ਜੇ ਸੰਸਾਰ ਸੁਪਨੇ ਵਰਗਾ ਹੈਗਾ, ਇੱਕ ਖੇਡ ਵਰਗਾ ਹੈਗਾ ਜੀ। ਜਿਉਂ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਨ। ਸੰਸਾਰ ਇੱਕ ਸੁਪਨੇ ਦੀ ਨਿਆਈ ਹੈ, ਪਰ ਫਰਕ ਇਹ ਹੈ ਕਥਾ ਸੁਣ ਕੇ, ਕਥਾ ਕਰਕੇ ਫਿਰ ਵੀ ਬੰਦਾ ਸੰਸਾਰ ਦੇ ਵਿੱਚ ਇਹੋ ਜਿਹਾ ਰਚਿਆ ਰਹਿੰਦਾ ਹੈ, ਸਾਧ ਸੰਗਤ ਜੀ, ਜਿਹਦੇ ਬਾਰੇ ਪੁੱਛੋ ਹੀ ਕੁਝ ਨਾ ਜੀ। ਗੁਰੂ ਮਿਹਰ ਕਰੇ ਇਸ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੇ ਨਾਲ ਜੁੜੀਏ ਅਸੀਂ ਸਾਰੇ ਜੀ। ਫਿਰ ਤੇ ਸੰਸਾਰ ਵਿੱਚ ਆਇਆ ਸਾਡਾ ਸਫਲ ਹੈ। ਹੁਣ ਇਸ ਸ਼ਬਦ ਦੇ ਅਰਥ ਮਹਾਰਾਜ ਉਹਨੂੰ ਸੁਣਾ ਰਹੇ ਹੈ। ਜੋਗੀ ਬੜਾ ਬਜ਼ੁਰਗ ਹੈ, ਤਨ ਦੇ ਉੱਤੇ ਉਹਨੇ ਕੱਪੜਾ ਨਹੀਂ ਪਾਇਆ ਕੋਈ ਵੀ। ਹਾਂਜੀ, ਸਿਰਫ ਉਹਦੇ ਸਰੀਰ ਦੇ ਉੱਤੇ
ਉਹਦਾ ਸਾਧ ਸੰਗਤ ਜੀ ਲੱਕ ਨਾਲ ਇੱਕ ਕੱਪੜਾ ਬਚਿਆ ਹੈ, ਬਾਕੀ ਸਾਰਾ ਸਰੀਰ ਉਹਦਾ ਐਵੇਂ ਹੀ ਹੈ ਜੀ। ਮਹਾਰਾਜ ਬੈਠੇ ਹੈ, ਸਿੱਖ ਸੰਗਤਾਂ ਸਾਰੀਆਂ ਆਸੇ-ਪਾਸੇ ਬੈਠ ਗਈਆਂ ਨੇ। ਜੋਗੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਬਚਨ ਸੁਣਾ ਰਹੇ ਨੇ। ਬਚਨ ਸੁਣਾ ਨਿਹਾਲ ਕਰਨਾ। ਜਦੋਂ ਮਹਾਰਾਜ ਬੋਲਦੇ ਆ ਅੰਮ੍ਰਿਤ ਹੀ ਵਰਸਦਾ ਹੈ। ਹੁਣ ਆਪਾਂ ਸੰਗਤ ਦੀ ਅੱਗੋਂ ਕਥਾ ਸਰਵਣ ਕਰੀਏ। ਸੁਰਤੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜੋੜੋ। ਜਪਿਓ ਜਿਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਧੰਨ ਜੀ ਧੰਨ ਸ੍ਰੀ ਮਹਾਰਾਜ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਭ ਮਹਾਰਾਜ। ਸਿੱਖ ਸੰਗਤ ਗੱਜ ਕੇ ਆਖੋ, ਸਾਰੀਆਂ ਸੰਗਤਾਂ ਗੁਰੂ ਦੀਆਂ ਪਿਆਰੀਆਂ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਾਜੀਗਰ ਜਿਮ ਬਾਜੀ ਪਾਵਹਿ। ਮਹਾਰਾਜ ਕਹਿਣ ਲੱਗੇ, ਜੋਗੀ ਜੀ ਜਿਵੇਂ ਬਾਜੀਗਰ ਆ ਕੇ ਬਾਜੀ ਪਾਉਂਦਾ ਹੈ। ਹਾਂਜੀ, ਉਦਣ ਵੀ ਦੱਸਿਆ ਸੀਗਾ ਪਿਛਲੀ ਕਥਾ ਦੇ ਵਿੱਚ। ਬਾਜੀਗਰ ਪਹਿਲਾਂ ਆਉਂਦੇ ਸਨ, ਉਹ ਬਾਜ਼ੀਆਂ ਕਰ ਕਰਕੇ ਵਿਖਾਉਂਦੇ ਸਨ। ਸਰਕਸ ਵਾਲੇ ਵੀ ਆਮ ਹੀ ਗਲੀਆਂ 'ਚ ਤੁਰੇ ਫਿਰਦੇ ਹੁੰਦੇ ਸਨ ਜੀ। ਜਾਂ ਫਿਰ ਮਦਾਰੀ ਆਉਂਦੇ ਹੁੰਦੇ ਸਨ ਜੀ, ਬਾਂਦਰ ਦਾ ਖੇਡ ਵਿਖਾਉਂਦੇ ਹੁੰਦੇ ਸਨ ਜੀ। ਬਾਜੀਗਰ ਆਉਂਦੇ ਸਨ ਜੀ, ਬਾਜੀਗਰ। ਤੇ ਬਾਜੀਗਰ ਜਿਵੇਂ ਬਾਜੀ ਪਾਉਂਦਾ ਹੈ, ਭਾਵ ਬਾਜੀਗਰ ਜਿਵੇਂ ਆਪਣੀ ਖੇਡ ਵਿਖਾਉਂਦਾ ਹੈ। ਹਾਂਜੀ, ਅਨੇਕ ਰੂਪ ਕਰ ਸਵਾਂਗ ਦਿਖਾਵੈ। ਉਹ ਅਨੇਕ ਤਰ੍ਹਾਂ ਦੇ ਸਵਾਂਗ ਵਿਖਾਉਂਦਾ ਹੈ ਜੀ। ਹਾਂਜੀ, ਸਵਾਂਗ ਕਹਿੰਦੇ ਤਮਾਸ਼ੇ ਨੂੰ ਜੀ। ਉਹ ਬੜੇ ਤਰੀਕੇ ਦੇ ਤਮਾਸ਼ੇ ਵਿਖਾਉਂਦਾ ਹੈ ਜੀ। ਕਿਹੜੇ ਕਿਹੜੇ ਤਮਾਸ਼ੇ ਵਿਖਾਉਂਦਾ? ਹਾਂਜੀ, ਕਿਰਿਆ ਕਰਾਵਤ ਅਨੇਕ ਪ੍ਰਕਾਰਾ। ਮਹਾਰਾਜ ਕਹਿਣ ਲੱਗੇ, ਜੋਗੀ ਜੀ ਜਿਵੇਂ ਬਾਜੀਗਰ ਅਨੇਕ ਤਰ੍ਹਾਂ ਦੇ ਤਮਾਸ਼ੇ ਆ ਕੇ ਵਿਖਾਉਂਦਾ, ਕੰਮ ਵਿਖਾਉਂਦਾ ਆਪਣੇ ਆ ਕੇ। ਫਿਰ ਹੈ ਲਰ ਹੈ ਵੱਡ ਬਾਂਧ ਅਖਾਰਾ। ਉਹ ਮੂਰਤੀਆਂ ਦੀਆਂ ਕਠਪੁਤਲੀਆਂ ਉਹਦੇ ਕੋਲ ਹੁੰਦੀਆਂ ਜੀ। ਉਹਨਾਂ ਨੂੰ ਲੜਦਿਆਂ ਵਿਖਾਉਂਦਾ, ਤੁਰਦਿਆਂ ਫਿਰਦਿਆਂ ਲਿਖਾਉਂਦਾ। ਬੜਾ ਵੱਡਾ ਅਖਾੜਾ ਬੰਨ੍ਹ ਦਿੰਦਾ ਜੀ। ਜਦੋਂ ਬਾਜੀਗਰ ਆ ਕੇ ਖੇਡ ਵਿਖਾਉਂਦੇ ਆ ਤੇ ਸੰਗਤ ਦੀ ਬਹੁਤ ਸਾਰੇ ਲੋਕ ਉਹਨਾਂ ਨੂੰ ਵੇਖਣ ਵਾਸਤੇ ਇਕੱਠੇ ਹੋ ਜਾਂਦੇ ਜੀ। ਇੱਕ ਬਾਜੀਗਰ ਤਿੰਨ ਮਹਿ ਸਾਚਾ। ਪਰ ਉਹ ਜਿੰਨੀ ਖੇਡ ਹੈਗੀ ਹੈ ਨਾ, ਭਾਵੇਂ ਲੜਾਈ ਹੋ ਰਹੀ ਹੈ, ਭਾਵੇਂ ਮਿਲਾਪ ਹੋ ਰਿਹਾ ਹੈ, ਭਾਵੇਂ ਬਾਜੀਗਰ ਦੀ ਖੇਡ 'ਚ ਵਿਆਹ ਹੋ ਰਿਹਾ ਹੈ, ਉਹ ਜਿੰਨੀ ਖੇਡ ਹੈ ਸਾਰੀ ਮਾਰੇ ਕਹਿੰਦੇ ਝੂਠੀ ਹੈ। ਸੱਚਾ ਕੌਣ ਹੈ? ਬਾਜੀਗਰ ਸੱਚਾ ਹੈ ਜੀ। ਬਾਜੀ ਸਭ ਮਿਥਿਆ ਕੱਚ ਪਾਚਾ। ਉਹ ਜਿਹੜੀ ਬਾਜੀ ਉਹ ਤੇ ਮਿੱਥਿਆ, ਝੂਠੀ ਹੈ, ਕੱਚੀ ਹੈ ਜੀ। ਹਾਂਜੀ, ਜਦੋਂ ਉਹਨੇ ਪੈਸੇ ਲੈਣੇ ਸਾਰੇ ਖਿਡੌਣੇ ਜੇ ਇਕੱਠੇ ਕਰਕੇ ਉਹਨੇ ਬੋਰੇ 'ਚ ਪਾ ਲੈਣੇ ਜੀ। ਸਗਰੀ ਪੁੱਤਰੀ ਪੁਰਖ ਅਧੀਨ। ਹਾਂਜੀ, ਨਾਚਹਿ ਜਥਾ ਨਚਾਵਨ ਕੀਨ। ਜਿੰਨੀਆਂ ਪੁਤਲੀਆਂ ਨੇ, ਖਿਡੌਣੇ ਨੇ ਨਿੱਕੇ ਨਿੱਕੇ, ਉਹ ਕੀ ਹੈ? ਉਹ ਬਾਜੀਗਰ ਦੇ ਅਧੀਨ ਨੇ। ਜਿਵੇਂ ਬਾਜੀਗਰ ਨਚਾਉਂਦਾ ਹੈ ਉਵੇਂ ਉਹ ਨੱਚਦੇ ਆ ਜੀ। ਹਾਂਜੀ, ਕਿਸਹਿ ਪਲਾਵਹਿ ਹੈ ਕਿਸਹਿ ਜਿਤਾਵਹਿ ਹੈ। ਬਾਜੀਗਰ ਕਈ ਪੁਤਲੀਆਂ ਨੂੰ ਹਰਾ ਦਿੰਦਾ ਤੇ ਕਈਆਂ ਨੂੰ ਜਿਤਾ ਦਿੰਦਾ ਜੀ। ਕਿਉਂ? ਉਹਦੇ ਹੱਥ ਹੈ ਜੀ, ਬਾਜੀਗਰ ਦੇ ਹੱਥ ਜੀ। ਹਾਂਜੀ, ਕੋ ਸੋਗੀ ਕੋ ਹਰਖ ਉਪਾਵਹਿ ਹੈ। ਮਹਾਰਾਜ ਕਹਿਣ ਲੱਗੇ, ਜੋਗੀ ਕਦੀ ਬਾਜੀਗਰ ਦੀ ਖੇਡ ਵੇਖੀ ਹੈ? ਬਾਜੀਗਰ ਕਈਆਂ ਨੂੰ ਰਵਾ ਦਿੰਦਾ, ਕਈਆਂ ਨੂੰ ਹਸਾ ਦਿੰਦਾ ਖੇਡ ਵਿੱਚ ਜੀ। ਉਹਦੀ ਖੇਡ 'ਚ ਕਈ ਹੱਸਦੇ ਆ, ਕਈ ਰੋਂਦੇ ਆ। ਹਾਂਜੀ, ਜਬ ਹੈ ਸੰਕੋਚੈ ਸਕਲ ਪਸਾਰਾ। ਪਰ ਖੇਡ ਖਿਡਾ ਕੇ ਲੋਕਾਂ ਨੂੰ ਵਿਖਾ ਕੇ ਬਾਜੀਗਰ ਫਿਰ ਸਭ ਕੁਝ ਇਕੱਠਾ ਕਰ ਲੈਂਦਾ ਜੀ, ਸੰਕੋਚ ਲੈਂਦਾ ਜੀ। ਰਹਿ ਇਕਾਕੀ ਕਰਨੈ ਹਾਰਾ। ਮਹਾਰਾਜ ਕਹਿਣ ਲੱਗੇ, ਕਿੱਥੇ ਗਈ ਇੰਨੀ ਵੱਡੀ ਖੇਡ? ਉਹਨੇ ਕਠਪੁਤਲੀਆਂ ਦੇ ਨਾਮ ਰੱਖੇ ਹੁੰਦੇ ਜੀ, ਉਹ ਕਿੱਥੇ ਗਏ ਪਾਤਰ? ਸਭ ਕੁਝ ਬੰਦ ਹੋ ਗਿਆ। ਜੇ ਕੇਵਲ ਰਹਿ ਗਿਆ ਉੱਥੇ ਤੇ ਬਾਜੀਗਰ ਹੀ ਰਹਿ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ।
ਤਿਮ ਜਾਨੋ ਪਰਮੇਸ਼ਰ ਰੂਪ। ਹਾਂ, ਮਹਾਰਾਜ ਕਹਿਣ ਲੱਗੇ ਇਸ ਕਰਕੇ ਜੋਗੀਗਰ ਜੀ, ਵਾਹਿਗੁਰੂ ਜੋਗੀ ਜੀ, ਜਿਵੇਂ ਬਾਜੀਗਰ ਦੀ ਖੇਡ ਹੁੰਦੀ ਹੈ ਉਵੇਂ ਸੰਸਾਰ ਨੂੰ ਜਾਣੋ। ਕਹਿਣ ਲੱਗੇ ਪਰਮੇਸ਼ਰ ਨੂੰ ਜਾਣੋ। ਹਾਂਜੀ, ਨਿਜ ਇੱਛਾ ਤੇ ਕਰਹਿ ਅਨੂਪ। ਕਹਿਣ ਲੱਗੇ ਬਾਜੀਗਰ ਦੀ ਇੱਕ ਲੋੜ ਹੈ, ਉਹਨੇ ਮਾਇਆ ਇਕੱਠੀ ਕਰਨ ਵਾਸਤੇ ਖੇਡ ਖੇਡਦਾ, ਤੇ ਪਰਮੇਸ਼ਰ ਦੀ ਲੋੜ ਕੋਈ ਨਹੀਂ। ਪਰਮੇਸ਼ਰ ਆਪਣੀ ਇੱਛਾ ਦੇ ਨਾਲ ਖੇਡ ਖੇਡਦਾ ਸੰਸਾਰ ਦੀ, ਉਹ ਆਪਣੀ ਇੱਛਾ ਦੇ ਨਾਲ ਖੇਡ ਖੇਡਦਾ। ਹਾਂਜੀ, ਅਖਿਲ ਚਰਾਚਰ ਕੋ ਉਪਜਾਇਓ। ਮਹਾਰਾਜ ਕਹਿਣ ਲੱਗੇ ਜਿੰਨੇ ਜੀਵ ਨੇ ਚਰਾਚਰ, ਕੋਈ ਖਲੋਤਾ, ਕੋਈ ਚੱਲ ਰਿਹਾ, ਕੋਈ ਫਿਰ ਰਿਹਾ, ਸਾਧ ਸੰਗਤ ਜੀ ਇਹ ਸਾਰੇ ਗੁਰੂ ਅਰਜਨ ਸਾਹਿਬ ਕਹਿੰਦੇ ਵਾਹਿਗੁਰੂ ਨੇ ਆਪ ਹੀ ਪੈਦਾ ਕੀਤੇ ਆ, ਉਹਦੇ ਪੈਦਾ ਕੀਤੇ ਨੇ। ਜਿੰਨੇ ਅਸੀਂ ਬੈਠੇ ਆ ਨਾ, ਅਸੀਂ ਵੀ ਕਠਪੁਤਲੀਆਂ, ਸਾਡੀ ਡੋਰੀ ਉਹਦੇ ਹੱਥ ਵਿੱਚ ਹੈਗੀ ਜੀ। ਜਿਵੇਂ ਕਰ ਰਿਹਾ, ਨਚਾ ਰਿਹਾ, ਬਿਠਾ ਰਿਹਾ, ਗਵਾ ਰਿਹਾ, ਬੁਲਾ ਰਿਹਾ, ਸੁਣਾ ਰਿਹਾ, ਉਹਦੇ ਵੱਸ ਹੈਗਾ ਜੀ। ਆਪਨ ਸ਼ਕਤ ਤੇ ਮਧ ਪ੍ਰਿਸ਼ਵਾਇਓ। ਮਹਾਰਾਜ ਕਹਿਣ ਲੱਗੇ ਬਸ ਖੇਡ ਇਹ ਆ, ਪੁਤਲੀਆਂ ਨਹੀਂ ਬੋਲਦੀਆਂ, ਉਹਨਾਂ ਪਿੱਛੇ ਬਾਜੀਗਰ ਬੋਲ ਰਿਹਾ ਹੁੰਦਾ। ਵੇਖਣ ਵਾਲੇ ਨੂੰ ਲੱਗਦਾ ਇਹ ਨਿੱਕੀਆਂ ਨਿੱਕੀਆਂ ਕਠਪੁਤਲੀਆਂ ਗੱਲਾਂ ਕਰ ਰਹੀਆਂ, ਇਹ ਲੜ ਰਹੀਆਂ ਨੇ, ਪਰ ਉਹ ਪੁਤਲੀਆਂ ਨਹੀਂ ਬੋਲ ਰਹੀਆਂ ਹੁੰਦੀਆਂ। ਪਿੱਛੇ ਬਾਜੀਗਰ ਦੀ ਸ਼ਕਤੀ ਕੰਮ ਕਰਦੀ ਹੈ। ਜਿੰਨਾ ਸੰਸਾਰ ਤੁਰਿਆ ਫਿਰਿਆ ਵੇਖਦੇ ਹੋ, ਇਸ ਸੰਸਾਰ 'ਚ ਕੋਈ ਤਾਕਤ ਨਹੀਂ ਹੈ, ਪਰਮੇਸ਼ਰ ਨੇ ਆਪ ਪ੍ਰਵੇਸ਼ ਹੋ ਕੇ ਸਾਰਿਆਂ ਵਿੱਚ ਤਾਕਤ ਰੱਖੀ ਹੋਈ ਹੈ। ਇਹੋ ਬੰਦਾ ਸਰੀਰ ਛੱਡ ਜੇ, ਕਿੱਥੇ ਜਾਂਦੀ ਤਾਕਤ ਜੀ ਉਹ ਜੀ? ਪਰਮੇਸ਼ਰ ਆਪਣੀ ਸ਼ਕਤੀ ਖਿੱਚ ਲੈਂਦੇ ਜੀ। ਚੇਤਨਤਾ ਜੀਵਨ ਕਹੋ ਹੋਈ। ਹਾਂਜੀ, ਕਿਰਿਆ ਕਰਤ ਸਭ ਤੇ ਸਭ ਕੋਈ। ਮਹਾਰਾਜ ਕਹਿਣ ਲੱਗੇ ਬਸ ਉਹਦੇ ਮਿਹਰ ਨਾਲ, ਵਾਹਿਗੁਰੂ ਬਾਹਰ ਲੈ ਜਾਓ, ਉਹਦੀ ਮਿਹਰ ਨਾਲ ਸਾਰੇ ਜੀਵਾਂ ਦੇ ਵਿੱਚ ਸ਼ਕਤੀ ਹੈ, ਸਾਰੇ ਜੀਵਾਂ ਦੇ ਵਿੱਚ ਚੇਤਨਤਾ ਹੈ, ਸੋਚਣ ਦੀ ਸ਼ਕਤੀ ਹੈ, ਕੰਮ ਕਰਨ ਦੀ ਸ਼ਕਤੀ ਹੈ। ਦੁੱਖ ਸੁਖ ਤੇ ਹੋਇ ਬਿਖਮ ਮਹਾਨੇ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਉਹਦੀ ਸ਼ਕਤੀ ਹੈ, ਬੰਦਾ ਤੁਰਿਆ ਫਿਰਦਾ ਤਾਈਓ ਦੁੱਖ ਸੁੱਖ ਲੱਗਦਾ ਹੈ ਜੀ। ਦੁੱਖ ਸੁੱਖ ਲੱਗਣਾ ਇਹ ਵੀ ਰੱਬ ਦੀ ਮਿਹਰ 'ਚ, ਉਹ ਵਿੱਚੋਂ ਸ਼ਕਤੀ ਖਿੱਚ ਲੇ ਸਾਡੇ ਵਿੱਚੋਂ, ਤਾਂ ਸਾਨੂੰ ਦੁੱਖ ਲੱਗਣਾ ਨਾ ਸੁੱਖ ਲੱਗਣਾ ਜੀ। ਇਸ ਮਹਿ ਕਰਮ ਹੇਤਤਾ ਜਾਣੇ। ਹਾਂਜੀ, ਜਬ ਚਾਹਤ ਇਨ ਲੈ ਕਹੋ ਕਰਬੇ। ਹਜੂਰ ਗਰੀਬ ਨਵਾਜ ਕਹਿਣ ਲੱਗੇ ਜਦੋਂ ਵਾਹਿਗੁਰੂ ਚਾਹਵੇ, ਜਿਵੇਂ ਬਾਜੀਗਰ ਦੀ ਜਦੋਂ ਇੱਛਾ ਬਣੇ ਉਹ ਖੇਡ ਨੂੰ ਸੰਕੋਚ ਲੈਂਦਾ ਹੈ, ਜਦੋਂ ਵਾਹਿਗੁਰੂ ਚਾਹਵੇ ਉਹ ਸਾਰਿਆਂ ਨੂੰ ਖਤਮ ਕਰ ਦਿੰਦਾ ਹੈ ਜੀ। ਉਹਦੀ ਆਪਣੀ ਮੌਜ ਹੈ ਨਾ। ਅਖਲ ਬਿਨਾਸਹਿ ਏਕੋ ਥਿਰਬੇ। ਕਹਿਣ ਲੱਗੇ ਸਾਰੇ ਮੁੱਕ ਜਾਣਗੇ ਜੋਗੀ, ਰਹਿਣਾ ਕਿਸੇ ਨੇ ਨਹੀਂ। ਜੇ ਕਿਸੇ ਨੇ ਰਹਿਣਾ ਤੇ ਇੱਕ ਨੇ ਹੀ ਰਹਿਣਾ ਜੀ। ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ। ਅੰਤ ਨੂੰ ਫਿਰ ਵਾਹਿਗੁਰੂ ਨੇ ਰਹਿਣਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਤਪਤ ਕੌਣ ਰੂਪ ਇਹੋ ਹੋਏ। ਹਾਂਜੀ, ਕਹੋ ਬਿਨਾਸ਼ਮਾਨ ਹੈ ਕੋਏ। ਤੇ ਇਹ ਸੁਣ ਕੇ ਜੋਗੀ ਨੇ ਮਹਾਰਾਜ ਨੂੰ ਆਖਿਆ, ਬਾਜੀਗਰ ਵਾਲੀ ਗੱਲ ਤੁਹਾਨੂੰ ਸਮਝ ਆ ਗਈ ਹੋਏਗੀ ਜੋ ਮਹਾਰਾਜ ਨੇ ਆਖਿਆ। ਅੱਗੋਂ ਜੋਗੀ ਮਹਾਰਾਜ ਨੂੰ ਪੁੱਛਦਾ ਹੈ, ਕਹਿੰਦਾ ਹੈ ਹੇ ਮਹਾਰਾਜ ਇਹ ਸੰਸਾਰ ਕਿਸ ਰੂਪ 'ਚ ਉਤਪੰਨ ਹੋ ਰਿਹਾ ਹੈ, ਤੇ ਫਿਰ ਵਿਨਾਸ਼ਮਾਨ ਕਿਸ ਰੂਪ 'ਚ ਹੋ ਰਿਹਾ? ਭਾਵ ਇਹ ਦੱਸੋ ਮਹਾਰਾਜ ਇਹ ਜਿਹੜੇ ਜੀਵ ਨੇ ਇਹ ਪੈਦਾ ਕਿਵੇਂ ਹੋ ਰਹੇ ਆ? ਉਹ ਜਨਮ ਲੈਣ ਦੀ ਕਿਰਿਆ ਦੀ ਨਹੀਂ ਉਹਨੇ ਗੱਲ ਕੀਤੀ, ਉਹ ਬੜੀ ਡੂੰਘੀ ਗੱਲ ਕਰ ਰਿਹਾ ਹੈ। ਮਹਾਰਾਜ ਇਹ ਜੀਵ ਕਿੱਥੋਂ ਬਣਦਾ, ਜਿਹਨੂੰ ਆਪਾਂ ਕਹਿੰਦੇ ਆਤਮਾ ਕਿੱਥੋਂ ਬਣਦੀ ਹੈ? ਅੱਜ ਕੇ ਆਖੋ। ਚਲੋ ਸਰੀਰ ਦਾ ਜਨਮ ਹੋਣਾ ਮਹਾਰਾਜ ਕਹਿੰਦੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਪਰ ਉਹ ਤੇ ਸਰੀਰ ਹੈ,
ਉਹਦੇ ਵਿੱਚ ਜਿਹੜੀ ਆਤਮਾ ਹੈ, ਉਹ ਕਹਿੰਦਾ ਮਹਾਰਾਜ ਆਤਮਾ ਕਿੱਥੋਂ ਪੈਦਾ ਹੁੰਦੀ ਹੈ, ਕਿਵੇਂ ਪੈਦਾ ਹੁੰਦੀ ਹੈ? ਗੱਜ ਕੇ ਆਖੋ ਵਾਹਿਗੁਰੂ। ਕਿਸ ਰੂਪ ਚ ਪੈਦਾ ਹੁੰਦੀ ਹੈ? ਤੇ ਫਿਰ ਮਹਾਰਾਜ ਵਿਨਾਸ਼ਮਾਨ ਵੀ ਹੁੰਦੀ ਹੈ, ਖਤਮ ਵੀ ਹੁੰਦੀ ਹੈ। ਮਹਾਰਾਜ ਇਹਦੇ ਬਾਰੇ ਦੱਸੋ ਮੈਨੂੰ। ਹਾਂਜੀ, ਇਸ ਪਰ ਸੁਨਹੁ ਅਪਰ ਦ੍ਰਿਸ਼ਟਾਂਤ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਇਹਦੇ ਤੇ ਵੀ ਸੁਣ ਲਾ, ਦ੍ਰਿਸ਼ਟਾਂਤ ਸੁਣ ਲਾ, ਉਦਾਹਰਣ ਸੁਣ ਲਓ। ਇਸ ਬਿਦ ਹੋਏ ਸੁਨੋ ਸਭ ਭਾਂਤ। ਮਹਾਰਾਜ ਕਹਿੰਦੇ ਕਿਵੇਂ ਪੈਦਾ ਹੁੰਦੀ ਹੈ ਆਤਮਾ, ਇਹ ਵੀ ਸੁਣ ਲਓ ਕਹਿਣ ਲੱਗੇ। ਹਾਂਜੀ, ਜਲ ਤੇ ਅਧਿਕ ਤਰੰਗ ਉਠੰਤੇ। ਪਾਣੀ ਦੇ ਵਿੱਚੋਂ ਹੀ ਤਰੰਗਾਂ ਪੈਦਾ ਹੁੰਦੀਆਂ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਪਾਣੀ ਦੇ ਵਿੱਚੋਂ ਤਰੰਗਾਂ ਪੈਦਾ ਹੁੰਦੀਆਂ ਨੇ। ਹਾਂਜੀ, ਲਗ ਦੀਰਘ ਹੋਇ ਪੁਨ ਬਿਨ ਸੰਤੇ। ਕਈ ਤਰੰਗਾਂ ਲਹਿਰਾਂ ਬਹੁਤ ਪੈਦਾ ਹੁੰਦੀਆਂ ਜੀ, ਬੜੀਆਂ ਬੜੀਆਂ ਵੱਡੀਆਂ ਹੁੰਦੀਆਂ ਲਹਿਰਾਂ, ਕਈ ਲਹਿਰਾਂ ਛੋਟੀਆਂ ਹੁੰਦੀਆਂ। ਪਾਣੀ ਦੇ ਵਿੱਚੋਂ ਲਹਿਰ ਨਿਕਲਦੀ ਹੈ, ਬਹੁਤ ਵੱਡੀ ਵੀ ਨਿਕਲਦੀ ਹੈ, ਛੋਟੀ ਵੀ ਨਿਕਲਦੀ ਹੈ, ਪਰ ਕੋਈ ਲਹਿਰ ਮੁੜ ਪੱਥਰ ਨਹੀਂ ਬਣਦੀ, ਸਭ ਲਹਿਰਾਂ ਫਿਰ ਪਾਣੀ ਬਣ ਜਾਂਦੀਆਂ ਨੇ ਜੀ। ਲਹਿਰ ਕੀ ਹੈ ਜੀ? ਪਾਣੀ ਦੀ ਲਹਿਰ ਆਪਾਂ ਕਿਹਨੂੰ ਕਹਿੰਦੇ ਆ? ਪਾਣੀ ਬਸ ਹਿੱਲਦਾ ਹੈ, ਉਹ ਇੱਕ ਸਪੀਡ ਤੋਂ ਕੁਝ ਪਾਣੀ ਜਿਹੜਾ ਉਹ ਥੋੜਾ ਜਿਹਾ ਵੱਖਰਾ ਹੋ ਕੇ ਆਪਣਾ ਥੋੜਾ ਜਿਹਾ ਉੱਚਾ ਹੋ ਕੇ ਜਦੋਂ ਵਹਿੰਦਾ ਹੈ ਉਹਨੂੰ ਲਹਿਰ ਕਹਿ ਦਿੰਦੇ ਨੇ, ਪਰ ਰਿਆ ਤੋਂ ਪਾਣੀ ਨਾ। ਹਾਂਜੀ, ਭਏ ਤਰੰਗ ਆਹ ਜਲ ਸੋਈ। ਬਸ ਜਿਸ ਜਲ ਨਾਲ ਲਹਿਰਾਂ ਉੱਠਦੀਆਂ ਨੇ, ਜਿਸ ਪਾਣੀ ਵਿੱਚੋਂ ਮਹਾਰਾਜ ਕਹਿੰਦੇ ਲਹਿਰਾਂ ਉੱਠਦੀਆਂ ਨੇ। ਹਾਂਜੀ, ਨਾਮ ਮਾਤਰ ਇੱਕ ਤਿਹ ਕਹ ਹੋਈ। ਬਸ ਉਹ ਥੋੜੇ ਸਮੇਂ ਦਾ ਨਾਮ ਹੈ, ਇਹ ਲਹਿਰ ਹੈ, ਪਰ ਥੋੜੇ ਸਮੇਂ ਬਾਅਦ ਵੇਖੋ ਉਹ ਲਹਿਰ ਲਹਿਰ ਨਹੀਂ ਰਹਿੰਦੀ, ਉਹ ਮੁੜ ਪਾਣੀ ਬਣ ਜਾਂਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਬਸ ਥੋੜੇ ਸਮੇਂ ਦਾ ਨਾਮ ਹੀ ਹੈ ਨਾ ਲਹਿਰ, ਇਹਦੇ ਤੋਂ ਵੱਧ ਤੇ ਕੁਝ ਨਹੀਂ। ਹਾਂਜੀ, ਜੇ ਨਹਿ ਜਾਣਤ ਸੋ ਇਮ ਕਹੀ। ਹਾਂਜੀ, ਭਇਓ ਤਰੰਗ ਸੋ ਜਲ ਹੋਇ ਨਹੀਂ। ਤੇ ਮਹਾਰਾਜ ਕਹਿਣ ਲੱਗੇ ਜਿਹੜੇ ਨਹੀਂ ਜਾਣਦੇ ਉਹ ਇਹ ਗੱਲ ਕਹਿੰਦੇ ਆ, ਆ ਵੇਖੋ ਜੀ ਇਹ ਲਹਿਰ ਉੱਠੀ ਹੈ, ਇਹ ਪਾਣੀ ਨਹੀਂ ਹੈਗੀ, ਇਹ ਲਹਿਰ ਹੈਗੀ ਹੈ। ਸਿਆਣਾ ਕਹੇਗਾ ਕੀ ਲਹਿਰ ਹੈ? ਪਾਣੀ ਦੀ ਹੈ ਤੇ ਪਾਣੀ ਹੈ। ਅਗਿਆਨੀ ਬੰਦਾ ਕਹੇਗਾ ਨਹੀਂ, ਲਹਿਰ ਹੋਰ ਹੈ, ਪਾਣੀ ਹੋਰ ਹੈ। ਜਿੰਨੀਆਂ ਲਹਿਰਾਂ ਬਣਦੀਆਂ ਨੇ ਪਾਣੀ ਵਿੱਚੋਂ ਹੀ ਬਣਦੀਆਂ ਨੇ ਜੀ। ਅਸਲ 'ਚ ਲਹਿਰ ਹੈ ਕੀ ਹੈ? ਲਹਿਰ ਹੈ ਹੀ ਪਾਣੀ ਹੈ। ਹਾਂਜੀ, ਜੋ ਜਲ ਜਾਣੈ ਅਖਿਲ ਤਰੰਗ। ਹਾਂਜੀ, ਸਿੱਧ ਕਰਹਿ ਕਾਰਜ ਸਰਬੰਗ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਇਹ ਗੱਲ ਸਮਝ ਲੈਂਦਾ ਹੈ, ਕੀ ਸਮਝ ਲੈਂਦਾ ਹੈ? ਲਹਿਰ ਪਾਣੀ ਹੈ, ਹੋਰ ਕੁਝ ਨਹੀਂ ਇਹਦਾ ਵਜੂਦ। ਥੋੜ੍ਹ ਚਿਰ ਹੀ ਹੈ, ਥੋੜੇ ਚਿਰ ਬਾਅਦ ਉਹਨੇ ਫਿਰ ਪਾਣੀ ਦਾ ਰੂਪ ਬਣ ਜਾਣਾ। ਮਹਾਰਾਜ ਕਹਿੰਦੇ ਉਹ ਹੁੰਦਾ ਸਿਆਣਾ, ਉਹ ਤਾਂ ਆਪਣੇ ਕੰਮ ਸਵਾਰ ਲੈਂਦਾ ਹੈ। ਹਾਂਜੀ, ਪਾਨ ਇਸ਼ਨਾਨ ਕਰੈ ਸਭ ਰੀਤ। ਉਹ ਪਾਣੀ ਛਕਦਾ, ਉਹਦੇ ਨਾਲ ਇਸ਼ਨਾਨ ਕਰਦਾ, ਸਭ ਰੀਤੀਆਂ ਨਾਲ ਮੰਨਦਾ। ਤ੍ਰਿਖਾ ਮਲਿਨਤਾ ਬਿਨ ਹਵੈ ਨੀਤ। ਮਹਾਰਾਜ ਕਹਿੰਦੇ ਉਹ ਪਾਣੀ ਨੂੰ ਵਰਤਦਾ, ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦਾ ਜੀ। ਤੇ ਜਿਹੜਾ ਗਿਆਨ ਹੀ ਘੋਟੀ ਜਾਵੇ ਜੀ, ਲਹਿਰ ਕਿੱਥੇ ਗਈ ਜੀ, ਕੀ ਬਣ ਗਿਆ ਜੀ? ਉਹ ਤੇ ਇੱਕ ਸੁਭਾਅ ਹੈ ਪਾਣੀ ਦਾ, ਉਹਦੇ ਅੰਦਰ ਤਰੰਗ ਉੱਠਦੀ ਹੈ, ਉਹਦੇ ਤੋਂ ਲਹਿਰ ਬਣਦੀ ਹੈ। ਪਾਣੀ ਦਾ ਸੁਭਾਅ ਹੀ ਹੈ ਬਸ। ਹਾਂਜੀ, ਅਪਰ ਤੀਸਰੋ ਜੋਗੀ ਸੁਨੋ। ਗੱਜ ਕੇ ਆਖੋ ਵਾਹਿਗੁਰੂ। ਬਸ ਇਹ ਪ੍ਰਮਾਣ ਹੀ ਮਹਾਰਾਜ ਕਹਿਣ ਲੱਗੇ, ਜਿੰਨੀਆਂ ਆਤਮਾਵਾਂ ਨੇ ਉਹ ਪਰਮੇਸ਼ਰ ਵਿੱਚੋਂ ਹੀ ਨਿਕਲੀਆਂ ਨੇ। ਇਹਨੂੰ ਕਹਿੰਦੇ ਰਾਮ ਦੀ ਅੰਸ਼। ਮੰਨ ਲਓ ਇੱਕ ਸਮੁੰਦਰ ਹੈ, ਇੱਕ ਬੂੰਦ ਹੈ, ਆਪਾਂ ਸਾਰੇ ਰੱਬ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਹਾਂ। ਪਰ ਆਮ ਪਾਣੀ ਦੀ ਬੂੰਦ ਸੁੱਕ ਸਕਦੀ ਹੈ, ਇਹ ਉਦੋਂ ਹੀ ਇਹਦਾ ਭਲਾ ਹੋਣਾ ਜਦੋਂ ਮੁੜ ਪਾਣੀ ਵਿੱਚ ਮਿਲਣਾ ਇਹਨੇ ਜੀ। ਮਹਾਰਾਜ ਕਹਿੰਦੇ ਜਿੰਨੇ ਜੀਵ ਨੇ ਰੱਬ ਦੇ ਵਿੱਚੋਂ ਹੀ ਪੈਦਾ ਹੋਏ ਆ, ਰੱਬ ਦੇ ਵਿੱਚ ਹੀ ਜਾ ਕੇ ਮਿਲਾਪ ਹੋਏਗਾ। ਅੱਜ ਪੋਹ ਦਾ ਮਹੀਨਾ ਆਰੰਭ ਹੋਇਆ, ਸਤਿਗੁਰੂ ਨੇ ਕਿਹਾ ਨਾ, ਜਹ ਤੇ ਉਪਜੀ
ਤਹ ਮਿਲੀ ਸੱਚੀ ਪ੍ਰੀਤ ਸਮਾਹੋ। ਬ੍ਰਹਮ ਵਿੱਚੋਂ ਉਪਜੀ, ਬ੍ਰਹਮ ਵਿੱਚ ਹੀ ਮਿਲਦੀ ਹੈ ਇਹ ਜੀਵਾਤਮਾ। ਹਾਂਜੀ। ਅਪਰ ਤੀਸਰੋ ਜੋਗੀ ਸੁਨੋ। ਹਜੂਰ ਗਰੀਬ ਨਵਾਜ ਕਹਿਣ ਲੱਗੇ, ਜੋਗੀ ਜੀ ਇੱਕ ਪ੍ਰਮਾਣ ਤੀਜਾ ਹੋਰ ਸੁਣ ਲਓ। ਬਾਜੀਗਰ ਦਾ ਵੀ ਦੱਸਿਆ, ਜਲ ਦੀਆਂ ਲਹਿਰਾਂ ਦਾ ਵੀ ਦੱਸਿਆ। ਮਹਾਰਾਜ ਕਹਿੰਦੇ ਇੱਕ ਪ੍ਰਮਾਣ ਹੋਰ ਸੁਣ ਲਓ। ਸ਼ੁਭ ਦ੍ਰਿਸ਼ਟਾਂਤ ਹਿਰਦੈ ਇਮ ਗੁਨੋ। ਮਹਾਰਾਜ ਕਹਿੰਦੇ ਬੜਾ ਵਧੀਆ ਦ੍ਰਿਸ਼ਟਾਂਤ ਹੈ, ਉਦਾਹਰਣ ਹੈ, ਇਹਨੂੰ ਪੱਕੀ ਕਰਿਓ ਆਪਣੇ ਮਨ 'ਚ। ਹਾਂਜੀ। ਕੰਚਨ ਏਕ ਬਨਿਓ ਬਹੁ ਭਾਂਤ। ਪਰਮੇਸ਼ਰ ਨੇ ਇੱਕ ਧਾਤੂ ਬਣਾਈ, ਪੈਦਾ ਕੀਤੀ, ਉਹਨੂੰ ਸੋਨਾ ਕਹਿੰਦੇ ਆ। ਉਸ ਸੋਨੇ ਦੇ ਕਿੰਨੇ ਗਹਿਣੇ ਬਣਦੇ। ਹਾਂਜੀ। ਕੁੰਡਲ ਕਟਿਕ ਆਦ ਦਰਸਾਤ। ਕਿਹੜੇ ਕਿਹੜੇ ਬਣਦੇ ਕੁੰਡਲ ਬਣਦੇ ਆ ਜੀ, ਕੰਨਾਂ 'ਚ ਪਾਉਣ ਵਾਲੇ ਕੁੰਡਲ, ਕੜੇ ਬਣ ਜਾਂਦੇ ਆ, ਹੋਰ ਬੜੇ ਜੇਵਰ ਬਣਦੇ ਸੋਨੇ ਦੇ। ਹਾਂਜੀ। ਕੰਚਨ ਨਾਮ ਸ਼ੋਰ ਕਰ ਕਹੈ। ਬਸ ਉਦੋਂ ਇਹ ਨਹੀਂ ਕਹਿੰਦੇ ਸੋਨਾ ਹੈ, ਉਦੋਂ ਕਹਿੰਦੇ ਕੜਾ ਹੈ, ਵਾਲੀਆਂ ਨੇ, ਨੱਥ ਹੈ, ਉਦੋਂ ਨਾਮ ਬਦਲ ਜਾਂਦਾ। ਹਾਂਜੀ। ਇਹੀ ਕਟਕ ਇਹ ਕੁੰਡਲ ਅਹੈ। ਕੋਈ ਕਹਿੰਦੇ ਆ ਕੜਾ ਹੈ, ਇਹ ਵਾਲਾ ਵਾਲੀ ਹੈ, ਕੰਨ 'ਚ ਪਾਉਣ ਵਾਲੀ। ਹਾਂਜੀ। ਜੇ ਸਰਾਫ ਪਰਖਨ ਤਿਹ ਕਰੈ। ਪਰ ਜਦੋਂ ਸਿਆਣੇ ਕੋ ਲੈ ਜਾਓ ਪਰਖਦਾ, ਜਦੋਂ ਉਹਨੇ ਇਹ ਥੋੜੀ ਵੇਖਣਾ ਕਿੱਡੀ ਸੋਹਣੀ ਬਣੀ, ਉਹਨੇ ਇਹ ਵੇਖਣਾ ਪਿਓਰ ਸੋਨਾ, ਉਹਨੇ ਸੋਨਾ ਵੇਖਣਾ। ਹਾਂਜੀ। ਕੰਚਨ ਬਿਨਾ ਨਾ ਕੁਛ ਮਨ ਧਰੈ। ਉਹਦੇ ਮਨ ਲਈ ਉਹਦੇ ਵਾਸਤੇ ਇਹ ਸੋਨਾ ਹੀ ਹੈ, ਬਸ ਉਹਦੇ ਵਾਸਤੇ ਸੋਨਾ ਹੀ। ਮਹਾਰਾਜ ਬਾਣੀ 'ਚ ਕਹਿੰਦੇ ਨਾ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ। ਜਦੋਂ ਸੋਨੇ ਦਾ ਇਕੱਠਾ ਕਰਕੇ ਢੇਲਾ ਬਣਾਉਂਦੇ, ਉਹਦੇ 'ਚ ਵਾਲੀਆਂ ਵੀ ਸੁੱਟਤੀਆਂ, ਕੜਾ ਵੀ ਸੁੱਟਤਾ, ਸਭ ਕੁਝ ਸੁੱਟਤਾ, ਗਰਮ ਕਰਤਾ, ਉਹ ਇੱਕ ਕੀ ਬਣ ਗਿਆ, ਥੈਲਾ ਬਣ ਗਿਆ। ਮਹਾਰਾਜ ਕਹਿੰਦੇ ਕਿੱਥੇ ਗਿਆ ਕੜਾ, ਕਿੱਥੇ ਗਈਆਂ ਵਾਲੀਆਂ, ਹੁਣ ਕੀ ਹੈ, ਸੋਨਾ ਹੀ ਹੈ ਨਾ ਸਾਰਾ। ਹਾਂਜੀ। ਨਾਮ ਆਕਾਰ ਗਿਨੈ ਨਹਿ ਕੋਇ। ਮਹਾਰਾਜ ਕਹਿੰਦੇ ਆ ਸ਼ਰਾਪ ਵਾਸਤੇ ਉਹ ਆਕਾਰ ਨਹੀਂ ਵਹਿੰਦਾ, ਆਕਾਰਾਂ ਦੇ ਨਾਮ ਨਹੀਂ ਵੇਖਦਾ। ਸਾਰੇ ਜਦੋਂ ਇਕੱਠੇ ਹੋ ਜਾਂਦੇ ਆ, ਉਹ ਮੁੜ ਸੋਨਾ ਹੀ ਰਹਿ ਜਾਂਦਾ। ਪਹਿਲਾਂ ਵੀ ਸੋਨਾ ਹੀ ਸੀ, ਫਿਰ ਸੋਨਾ ਹੀ ਰਹਿ ਜਾਂਦਾ ਹੈ। ਹਾਂਜੀ। ਕਨਕ ਵਾਸਤਵ ਪਰਖੈ ਸੋਏ। ਉਹ ਕਨਕ ਹੀ ਵੇਖਦਾ ਹੈ, ਉਹਦੇ ਵਾਸਤੇ ਸੋਨਾ ਹੀ ਹੈ। ਆਮ ਬੰਦਾ ਕਹੇਗਾ ਵਾਲੀ ਹੈ, ਪਰ ਸਿਆਣਾ ਕਹੇਗਾ ਸੋਨੇ ਦੀ ਵਾਲੀ ਹੈ ਤੇ ਸੋਨੇ ਦੀ ਹੈ ਨਾ। ਉਹ ਸੋਨਾ ਵੇਖਦਾ ਕੌਣ, ਸਿਆਣਾ ਪੁਰਸ਼। ਹਾਂਜੀ। ਤਿਮ ਗਿਆਨੀ ਕੋ ਨਾ ਨਾ ਨਾਹੇ। ਮਹਾਰਾਜ ਕਹਿਣ ਲੱਗੇ ਜਿਵੇਂ ਪਾਰਖੂ ਬੰਦੇ ਵਾਸਤੇ ਵਾਲੀ, ਕੜਾ ਸਭ ਸੋਨਾ ਹੀ ਹੈ, ਇਸੇ ਤਰ੍ਹਾਂ ਗਿਆਨੀ ਵਾਸਤੇ ਸਭ ਵਾਹਿਗੁਰੂ ਹੀ ਹੈ। ਉਹਨੂੰ ਪਤਾ ਇਹਦੇ 'ਚ ਵੀ ਰੱਬ ਹੈ, ਇਹਦੇ 'ਚ ਵੀ ਰੱਬ ਹੈ, ਇਹਦੇ 'ਚ ਵੀ ਰੱਬ ਹੈ, ਇਹਦੇ 'ਚ ਵੀ ਰੱਬ ਹੈ। ਇਸੇ ਕਰਕੇ ਗਿਆਨੀ ਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਨਹੀਂ ਕੋਈ। ਹਾਂਜੀ। ਸਭ ਮਹਿ ਬ੍ਰਹਮ ਰੂਪ ਦਰਸਾ ਹੈ। ਉਹਨੂੰ ਫਿਰ ਸਾਰਿਆਂ ਦੇ ਵਿੱਚ ਬ੍ਰਹਮ ਦਾ ਹੀ ਰੂਪ ਦਿਖਾਈ ਦਿੰਦਾ, ਰੱਬ ਹੀ ਨਜ਼ਰ ਆਉਂਦਾ ਸਾਰਿਆਂ ਵਿੱਚ ਜੀ। ਕਿਹਨੂੰ, ਗਿਆਨੀ ਨੂੰ। ਗਿਆਨੀ ਕੌਣ ਜੀ, ਗਿਆਨਵਾਨ ਪੁਰਸ਼। ਹਾਂਜੀ। ਭੂਖਨ ਤੇ ਪੂਰਬ ਸ਼ੁਭ ਕੰਚਨ। ਗਹਿਣਿਆਂ ਤੋਂ ਪਹਿਲਾਂ ਵੀ ਉਹ ਸੋਨਾ ਹੀ ਸੀ, ਜਦੋਂ ਆਕਾਰ ਨਹੀਂ ਸੀ ਬਣੇ ਉਦੋਂ ਵੀ ਉਹ ਸੋਨਾ ਸੀ। ਹਾਂਜੀ। ਭੂਖਨ ਬਨੇ ਭੇਦ ਤਉ ਰੰਚਨਾ। ਤੇ ਗਹਿਣੇ ਬਣ ਗਏ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ। ਪਰ ਹਾਂਜੀ, ਬਿਨਸੇ ਤੇ ਬਿਨ ਕਨਕ ਨਾ ਆਨ। ਜਦੋਂ ਉਹ ਗਹਿਣੇ ਖਤਮ ਹੋ ਗਏ, ਭਾਵ ਇਕੱਠੇ ਕਰਕੇ ਗਰਮ ਕਰ ਦਿੱਤਾ ਸੋਨੇ ਨੂੰ, ਮੁੜ ਉਹ ਕੀ, ਸੋਨਾ ਹੀ ਰਹਿ ਗਿਆ। ਹਾਂਜੀ। ਇਮ ਜਾਣਤ ਹੈ ਜੇ ਬੁੱਧਵਾਨ। ਬਸ ਇਸੇ ਤਰ੍ਹਾਂ ਬੁੱਧੀਵਾਨ, ਰੱਬ ਦਾ ਨਾਮ ਜਪਣ ਵਾਲੇ ਸਿਆਣੇ ਪੁਰਸ਼ ਸਮਝਦੇ ਆ ਪਹਿਲਾਂ ਵੀ ਰੱਬ ਸੀ, ਜਦੋਂ ਅਸੀਂ ਨਹੀਂ ਰਹਿਣਾ ਉਦੋਂ ਵੀ ਰੱਬ ਨਹੀਂ ਰਹਿਣਾ, ਜਦੋਂ ਆ ਸਰੀਰ ਨਹੀਂ ਰਹਿਣਾ। ਹਾਂਜੀ। ਪ੍ਰਥਮ ਜਗਤ ਤੇ ਬ੍ਰਹਮ ਰੂਪ। ਉਹ ਪਹਿਲਾਂ ਜਗਤ ਨੂੰ ਇੱਕ ਬ੍ਰਹਮ ਸਰੂਪ ਹੀ ਸਮਝਦੇ ਪਹਿਲਾਂ ਵੀ। ਹਾਂਜੀ। ਬਨਿਓ ਅਨੇਕ ਆਤਮਾ ਅਨੂਪ। ਉਹ ਬਸ ਸੋਨਾ ਇੱਕ ਹੈ, ਉਹਦੇ ਚੋਂ ਹੀ ਬਾਲੀ ਬਣ ਗਈ, ਉਹਦੇ ਚੋਂ ਹੀ ਕੜਾ ਬਣ ਗਿਆ। ਰੱਬ ਇੱਕ ਹੈ, ਸਭ ਬੰਦੇ ਉਹਦੇ ਵਿੱਚੋਂ ਹੀ ਨਿਕਲੇ।
ਜਿਹੜੇ ਉਹਨੂੰ ਨਹੀਂ ਮੰਨਦੇ ਉਹ ਵੀ ਉਹਦੇ ਵਿੱਚੋਂ ਹੀ ਨਿਕਲੇ ਆ, ਪਰਮੇਸ਼ਰ ਦੇ ਵਿੱਚੋਂ ਨਿਕਲੇ ਆ। ਇਹਨੂੰ ਭਗਤ ਕਬੀਰ ਜੀ ਕਹਿੰਦੇ, ਕਹੋ ਕਬੀਰ ਤੂੰ ਰਾਮ ਕੀ ਅੰਸ। ਅੰਸ਼ ਕੀ ਹੈ? ਉਹਦੇ ਵਿੱਚੋਂ ਨਿਕਲਿਆ ਇੱਕ ਛੋਟਾ ਜਿਹਾ ਕਣ, ਉਹਨੂੰ ਕਹਿੰਦੇ ਆ ਇਹਦਾ ਅੰਸ਼ ਹੈ ਜੀ। ਹਾਂਜੀ। ਨਸ਼ਟ ਹੋਏ ਨਾਨਾ ਬਿਦ ਜੋਏ। ਮਹਾਰਾਜ ਕਹਿਣ ਲੱਗੇ ਜਦੋਂ ਜਗ ਨਸ਼ਟ ਹੋ ਜਾਏਗਾ, ਹਾਂਜੀ, ਬਿਨਾ ਬ੍ਰਹਮ ਤੇ ਦੁਤੀ ਨਾ ਹੋਏ, ਉਦੋਂ ਵੀ ਬ੍ਰਹਮ ਤੋਂ ਬਗੈਰ ਦੂਜਾ ਹੋਣਾ ਹੀ ਹੋਰ ਕੋਈ ਨਹੀਂ ਜੀ। ਰੱਬ ਤੋਂ ਬਗੈਰ ਕੋਈ ਦੂਜਾ ਨਹੀਂ ਹੋਣਾ। ਆਦ ਨਹੀਂ ਜੋ ਅੰਤ ਨਾ ਰਹੈ। ਜਿਹਦਾ ਆਦ ਕੋਈ ਨਹੀਂ, ਸ਼ੁਰੂਆਤ ਪਤਾ ਨਹੀਂ ਹੈ ਪਰਮੇਸ਼ਰ ਦੀ ਸ਼ੁਰੂਆਤ ਕਦੋਂ ਹੈ, ਜਿਹਦੇ ਅੰਤ ਬਾਰੇ ਵੀ ਨਹੀਂ ਪਤਾ। ਹਾਂਜੀ। ਮਧ ਕੁਤੋ ਸਾਚੇ ਤਿਹ ਕਹੈ। ਤੇ ਮਹਾਰਾਜ ਕਹਿਣ ਲੱਗੇ ਬਸ ਆ ਵਿਚਲੇ ਸਰੂਪ ਨੂੰ ਆਪਾਂ ਸੱਚ ਕਹਿ ਰਹੇ ਨਾ, ਵੀ ਪਰਮੇਸ਼ਰ ਸੱਚ ਹੈ, ਸੱਚ ਹੈ। ਕਦੋਂ ਦਾ ਵਾਹਿਗੁਰੂ ਹੈ ਕੋਈ ਪਤਾ? ਕਦੋਂ ਤੱਕ ਰਹਿਣਾ ਕੋਈ ਪਤਾ ਨਹੀਂ ਹੈ, ਸਦਾ ਰਹਿਣ ਵਾਲਾ ਹੈ। ਹਾਂਜੀ। ਜਾਂ ਤੇ ਬ੍ਰਹਮ ਰੂਪ ਸਭ ਜਾਣ। ਇਸ ਕਰਕੇ ਜੋਗੀ ਜੀ ਸਭ ਨੂੰ ਬ੍ਰਹਮ ਸਰੂਪ ਜਾਣੋ। ਹਾਂਜੀ। ਅਪਰ ਆਕਾਰ ਭਰਮ ਹੀ ਮਾਨ। ਆ ਸ਼ਕਲਾਂ ਜਿਹੜੀਆਂ ਵੱਖੋ ਵੱਖਰੀਆਂ ਨੇ, ਆਕਾਰ ਸ਼ੇਪਸ, ਇਹ ਤਾਂ ਇੱਕ ਭਰਮ ਹੀ ਹੈਗਾ ਜੀ। ਹਾਂਜੀ। ਆ ਵੇਖੋ ਨਾ ਮਾਈਕ ਸਭ ਸਟੈਂਡ ਲੋਹੇ ਦੇ, ਭਰਮ ਹੈ। ਜਦੋਂ ਇਕੱਠੇ ਹੋ ਕੇ ਰਹਿ ਗਏ ਇੱਕ ਦਿਨ ਸੋਨਾ ਹੀ ਰਹਿ ਜਾਣਾ, ਲੋਹਾ। ਉਹ ਵਾਹਿਗੁਰੂ ਲੋਹਾ ਰਹਿ ਜਾਣਾ। ਭਲਾਈ ਸਟੀਲ ਪਲਾਂਟ ਵੇਖਿਆ, ਉੱਥੇ ਇਹੋ ਕੁਝ ਹੀ ਹੈ। ਸਾਰਾ ਇਕੱਠਾ ਕਰਕੇ ਲੋਹਾ ਉਹ ਇੱਕਦਮ ਪਿਘਲ ਕੇ ਆ ਜਿਵੇਂ ਅੱਗ ਆਉਂਦਾ। ਉੱਥੇ ਪਛਾਣੋ ਵੀ ਸਟੈਂਡ ਗੁਰਦੁਆਰੇ ਵਾਲਾ ਕਿਹੜਾ ਸੀਗਾ, ਕੱਖ ਨਹੀਂ ਪਤਾ ਲੱਗਦਾ। ਮਹਾਰਾਜ ਕਹਿੰਦੇ ਬੰਦਿਆਂ ਤੇ ਚਿਹਰੇ ਵੱਖੋ ਵੱਖਰੇ ਨੇ, ਕੰਮ ਤਾਂ ਰੱਬ ਹੀ ਕਰ ਰਿਹਾ ਪਿੱਛੇ। ਹਾਂਜੀ। ਅਪਰ ਰੀਤ ਹੇਰੋ ਤਿਸ ਕਰਨੀ। ਹਾਂਜੀ। ਜਬ ਹੀ ਬੀਜ ਬੀਜਿਓ ਧਰਨੀ। ਮਹਾਰਾਜ ਕਹਿੰਦੇ ਇੱਕ ਹੋਰ ਪ੍ਰਮਾਣ ਸੁਣ ਲੈ, ਗੱਲ ਤੈਨੂੰ ਹੋਰ ਸਮਝ ਆ ਦੇ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਹੋਰ ਤੈਨੂੰ ਸਮਝ ਆ ਜਾਏਗੀ। ਮਹਾਰਾਜ ਕਹਿਣ ਲੱਗੇ ਧਰਤੀ ਵਿੱਚ ਇੱਕ ਬੀਜ ਬੋਇਆ। ਹਾਂਜੀ। ਅੰਕੁਰ ਹੋਏ ਪਾਤ ਦਰਸਾਵੈ ਹੈ। ਸਭ ਤੋਂ ਪਹਿਲਾਂ ਉਹ ਕਰੁੰਬਲ ਫੁੱਟਦੀ ਹੈ। ਹਾਂਜੀ। ਸ਼ਾਖਾ ਅਨਕ ਫੂਲ ਬਿਗਸਾਵੈ ਹੈ। ਫਿਰ ਨਿੱਕੇ ਨਿੱਕੇ ਪੱਤੇ ਸ਼ੁਰੂ ਹੁੰਦੇ, ਹੌਲੀ ਹੌਲੀ ਉਹ ਵੱਡਾ ਹੋ ਗਿਆ, ਵੱਡਾ ਟਾਣੇ ਬਣ ਗਏ ਉਹਦੇ। ਫਿਰ ਉਹਨੂੰ ਫੁੱਲ ਵੀ ਲੱਗੇ। ਮਹਾਰਾਜ ਕਹਿੰਦੇ ਹਾਂਜੀ। ਸੋ ਇੱਕ ਬੀਜ ਬਹੁਤ ਬਿਦ ਭਇਓ। ਮਹਾਰਾਜ ਕਹਿੰਦੇ ਹੈ ਤਾਂ ਬੀਜ ਹੀ ਸੀ ਨਾ, ਬੀਜ ਕਰੁੰਬਲ ਬਣਿਆ, ਉਹਦੇ ਤੋਂ ਪੱਤੇ ਬਣੇ, ਉਹਦੇ ਤੋਂ ਟਾਹਣੀਆਂ ਬਣੀਆਂ, ਉਹਦੇ ਤੋਂ ਫੁੱਲ ਬਣ ਗਏ। ਹਾਂਜੀ। ਨਾਨਾ ਰੂਪ ਨਾਨਾ ਰੰਗ ਰੂਪ ਨਿਰਮਇਓ। ਉਸ ਬੀਜ ਦਾ ਕਈ ਕੁਝ ਬਣਿਆ ਜੀ, ਕਰੁੰਬਲ, ਪੱਤੇ, ਟਾਹਣੇ, ਵੱਡੀਆਂ ਵੱਡੀਆਂ ਲੱਕੜਾਂ ਉਹਦੇ ਵਿੱਚੋਂ ਨਿਕਲੀਆਂ ਜੀ। ਬੰਦਾ ਕਹਿੰਦਾ ਲੱਕੜ ਹੈ, ਇਹ ਪੱਤੇ ਹੈ। ਬਹੁਤਾ ਡੂੰਘਾ ਜਿਹੜਾ ਜਾਣ ਵਾਲਾ ਉਹ ਕਹਿੰਦਾ ਨਹੀਂ ਨਹੀਂ ਨਹੀਂ, ਇਹ ਬੀਜ ਹੈ। ਕਿਉਂ? ਉਹ ਵੀ ਸੁਣ ਲਓ। ਹਾਂਜੀ। ਫਲ ਲੱਗ ਕੇ ਪੁਨ ਪਾਕਨ ਹੋਵਾ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਜਦੋਂ ਪੱਕਦਾ, ਫਲ ਲੱਗਦਾ ਜਦੋਂ, ਉਹ ਪੱਕਦਾ ਜਦੋਂ। ਹਾਂਜੀ। ਬੀਜ ਇਕਾਕੀ ਬਾਕੀ ਜੋਵਾ। ਉਹ ਫਲ ਵਿੱਚੋਂ ਕੀ ਨਿਕਲਿਆ? ਬੀਜ ਨਿਕਲਿਆ। ਕੱਜ ਕੇ ਆਖੋ ਵਾਹਿਗੁਰੂ। ਹਾਂਜੀ। ਪ੍ਰਥਮ ਪਿਸ਼ਾਰੀ ਬੀਜਹਿ ਰਹਿਓ। ਆਰੰਭ ਵਿੱਚ ਵੀ ਬੀਜ ਸੀ, ਵਿਚਕਾਰ ਬੀਜ ਦਾ ਬੜਾ ਰੂਪ ਬਣਿਆ, ਅੰਤ ਤੇ ਫਿਰ ਇੱਕ ਬੀਜ ਹੀ ਰਿਹਾ ਬਸ। ਉਹ ਮੁੜ ਬੀਜ ਹੀ ਬਣਿਆ ਨਾ। ਹਾਂਜੀ। ਮਧ ਕਾਲ ਜਗ ਤੇ ਸਮ ਲਹਿਓ। ਬਸ ਚੇਤਾ ਰੱਖੋ ਜਿਹੜਾ ਬੀਜ ਹੈ ਨਾ ਉਹ ਹੈ ਪਰਮਾਤਮਾ। ਵਿਚਕਾਰ ਜਿਵੇਂ ਬੀਜ ਦਾ ਰੁੱਖ ਬਣਦਾ ਉਵੇਂ ਜਗ ਬਣਿਆ, ਅੰਤ ਨੂੰ ਫਿਰ ਬੀਜ ਬਣਦਾ, ਅੰਤ ਤੇ ਫਿਰ ਬੀਜ ਰੂਪ ਪਰਮਾਤਮਾ ਨੇ ਹੀ ਰਹਿਣਾ। ਰਹਿਣਾ ਤੇ ਉਹਨੇ ਹੀ ਹੈ। ਹਾਂਜੀ। ਏਕ ਬ੍ਰਹਮ ਬਹੁ ਬਿਦ ਲਖ ਜਾਤ। ਬਸ ਹੈ ਇੱਕ ਵਾਹਿਗੁਰੂ ਹੀ ਹੈ, ਉਹ ਕਈ ਤਰੀਕਿਆਂ ਨਾਲ ਵਰਤਿਆ ਹੋਇਆ ਬਣ ਕੇ।
ਕਈ ਤਰੀਕਿਆਂ ਨਾਲ ਵਰਤ ਰਿਹਾ, ਕਈ ਤਰੀਕਿਆਂ ਨਾਲ ਦਿਸ ਰਿਹਾ। ਸਮਝਣ ਮਾਤਰ ਉਹ ਗਿਟਕ ਨੂੰ ਧਰਤੀ 'ਚ ਲਾਉਂਦੇ ਆ, ਅੰਬ ਦੀ ਨੂੰ, ਉਹਦੇ ਤੋਂ ਕਰੂੰਬਲ, ਉਹਦੇ ਤੋਂ ਪੱਤੇ, ਉਹਦੇ ਤੋਂ ਵੱਡਾ ਹੁੰਦਾ, ਉਹ ਵੱਡਾ ਰੁੱਖ ਬਣਦਾ, ਉਹਨੂੰ ਬੂਰ ਪੈਂਦਾ, ਉਹ ਅੰਬ ਬਣਦਾ, ਤੇ ਫਿਰ ਵਿੱਚੋਂ ਅੰਬ ਛਕ ਛਕਾ ਕੇ ਕੀ ਨਿਕਲਦਾ? ਗਿਟਕੀ ਰਹਿ ਜਾਂਦੀ। ਉਹ ਬਸ ਜਿੰਨਾ ਵਿਸਥਾਰ ਹੈ ਰੱਬ ਦਾ ਹੀ ਹੈ, ਔਰ ਰੱਬ ਆਪ ਪਸਰਿਆ। ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ। ਅਨੁਰਾਗ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਹਾਂਜੀ। ਸੁਨਹੁ ਜੋਗੀ ਔਰ ਦ੍ਰਿਸ਼ਟਾਂਤ। ਮਹਾਰਾਜ ਤੇ ਪ੍ਰਮਾਣਾਂ ਦੀ ਲੜੀ ਲਾਈ ਉਹਦੇ ਵਾਸਤੇ, ਉਦਾਹਰਣਾਂ ਦੀ। ਮਹਾਰਾਜ ਕਹਿੰਦੇ ਇੱਕ ਹੋਰ ਉਦਾਹਰਣ ਸੁਣ ਲਾ ਜੋਗੀ। ਲੱਖਾਂ ਘਟ ਮਹਿ ਏਕ ਗਗਨ ਲਹਿ। ਲੱਖਾਂ ਘੜੇ ਲਾ ਇਕੱਠੇ ਕਰਕੇ, ਉਹਨਾਂ 'ਚ ਪਾਣੀ ਪਾ, ਆਕਾਸ਼ ਥੱਲੇ ਰੱਖ ਦੇ, ਸਾਰੇ ਘੜਿਆਂ 'ਚੋਂ ਕੀ ਵਿਖੇਗਾ? ਆਕਾਸ਼ ਵਿਖੇਗਾ। ਅੱਜ ਕੇ ਆਖੋ ਵਾਹ। ਹਾਂਜੀ। ਰਹ ਹੈ ਅਲੇਪ ਲੇਪ ਜਿਸ ਕੋ ਨਹਿ। ਮਹਾਰਾਜ ਕਹਿਣ ਲੱਗੇ ਆਕਾਸ਼ ਰਹਿੰਦਾ ਉਹਨਾਂ ਸਾਰਿਆਂ ਘੜਿਆਂ 'ਚ, ਆਕਾਸ਼ ਹੀ ਵੇਖਦਾ ਅਲੇਪ, ਜਿਹਨੂੰ ਕੋਈ ਕਿਸੇ ਪ੍ਰਕਾਰ ਦਾ ਲੇਪ ਨਹੀਂ ਹੈ। ਹਾਂਜੀ। ਜਬ ਹੀ ਫੂਟ ਜਾਏ ਘਟ ਸਾਰੇ। ਉਹ ਲੱਖਾਂ ਘੜੇ ਤੋੜ ਦੋ, ਮਹਾਰਾਜ ਕਹਿੰਦੇ। ਹਾਂਜੀ। ਸੋ ਨਭ ਇੱਕ ਹੀ ਪਰਹਿ ਨਿਹਾਰੇ। ਆਕਾਸ਼ ਤਾਂ ਨਹੀਂ ਟੁੱਟਣਾ, ਆਕਾਸ਼ ਫਿਰ ਉਵੇਂ ਹੀ ਨਜ਼ਰ ਆਏਗਾ। ਇਹਨੂੰ ਸਮਝਣ ਮਾਤਰ ਇੱਕ ਗੁਰਮੁਖ ਹੋਰ ਇਹਨੂੰ ਤਰੀਕੇ ਨਾਲ ਸਮਝਾਉਂਦੇ ਸਨ। ਉਹ ਕਹਿੰਦੇ ਲੱਖਾਂ ਘੜਿਆਂ ਵਿੱਚ ਵੱਡੇ ਵੱਡੇ ਘੜੇ ਬਣਾ ਲਏ, ਵਿੱਚ ਆਪ ਖਲੋ ਜੋ, ਤਾਂ ਵੇਖੋ ਆਕਾਸ਼ ਹੀ ਵਿਖੇਗਾ। ਤੋੜ ਦਿਓ ਤਾਂ ਵੀ ਤਾਂ ਵੇਖੋ ਆਕਾਸ਼ ਹੀ ਵਿਖੇਗਾ। ਉੱਤੇ ਵੇਖੋ ਫਿਰ ਆਕਾਸ਼ ਹੀ ਵਿਖਣਾ। ਹਾਂਜੀ। ਘਟ ਲੈ ਗਮਨੈ ਇਤ ਉਤਮਾਹੇ। ਉਹ ਘੜਾ ਜਿੱਥੇ ਮਰਜ਼ੀ ਲੈ ਜੇ ਬੰਦਾ। ਹਾਂਜੀ। ਨਭ ਰਸ ਏਕ ਨਾ ਆਵਹਿ ਜਾਹੇ। ਆਕਾਸ਼ ਸਭ ਥਾਵਾਂ ਤੇ ਵਿਖਣਾ, ਭਾਵੇਂ ਉਹਦੇ ਪਾਣੀ ਰਾਹੀਂ ਵੇਖ ਲੈ ਜਾਂ ਆਪ ਖਲੋ ਕੇ ਵੇਖ ਲੈ। ਮਾਲ ਕਹਿਣ ਲੱਗੇ ਜਿਵੇਂ ਆਕਾਸ਼ ਇੱਕ ਰਸ ਹੈ, ਕਿਤੇ ਨਹੀਂ ਜਾਂਦਾ, ਘੜਿਆ ਜਿੱਥੇ ਮਰਜ਼ੀ ਲੈ ਜਾਓ। ਹਾਂਜੀ। ਜੋ ਹੋਵਹਿ ਪੂਰਨ ਸਭ ਥਾਨ। ਹਾਂਜੀ। ਤਿਸ ਕੋ ਬਨਹਿ ਨਾ ਆਵਨ ਜਾਨ। ਉਹ ਸਭ ਥਾਵਾਂ ਤੇ ਪੂਰਨ ਹੈ, ਰਵਿਆ ਹੋਇਆ ਹੈ, ਉਹਦਾ ਆਉਣਾ ਜਾਣਾ ਨਹੀਂ ਬਣਦਾ, ਉਹ ਕਿਤੇ ਹੋਰ ਥਾਂ ਤੇ ਨਹੀਂ ਜਾਂਦਾ। ਹਾਂਜੀ। ਜਥਾ ਬ੍ਰਹਮ ਇੱਕ ਰਸ ਸਭ ਮਾਹੇ। ਹਾਂਜੀ। ਸਭਨ ਪ੍ਰਕਾਸ਼ਹਿ ਲੇਪਹਿ ਨਾਹੇ। ਤਥਾ ਬ੍ਰਹਮ ਇੱਕ ਰਸ ਸਭ ਮਾਹੇ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਬ੍ਰਹਮ ਹੀ ਬ੍ਰਹਮ ਹੈ ਸਾਰੇ ਪਾਸੇ। ਜਿਵੇਂ ਘੜਿਆਂ ਵਿੱਚੋਂ ਵੇਖ ਲੋ ਅਸਮਾਨ ਹੀ ਵਿਖਣਾ, ਔਰ ਘੜਾ ਜਿੱਥੇ ਮਰਜ਼ੀ ਲੈ ਜਾਓ, ਟੁੱਟ ਵੀ ਜਾਵੇ ਤਾਂ ਵੀ ਅਸਮਾਨ ਹੀ ਵਿਖਣਾ। ਇਸੇ ਤਰ੍ਹਾਂ ਸਭ ਥਾਵਾਂ ਤੇ ਬ੍ਰਹਮ ਹੀ ਸਮਾਇਆ ਹੋਇਆ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਹਾਂਜੀ। ਸਤ ਚੇਤਨ ਆਨੰਦ ਸਰੂਪ। ਮਹਾਰਾਜ ਕਹਿਣ ਲੱਗੇ ਤਥਾ ਬ੍ਰਹਮ ਇੱਕ ਰਸ ਸਭ ਮਾਹੇ, ਸਭੇ ਪ੍ਰਕਾਸ਼ ਹੈ ਲੇਪਹਿ ਨਾਹੇ। ਸਾਰੀਆਂ ਥਾਵਾਂ ਤੇ ਬ੍ਰਹਮ ਹੀ ਪ੍ਰਕਾਸ਼ਦਾ, ਉਹ ਛੁਪਦਾ ਨਹੀਂ, ਟਕਿਆ ਨਹੀਂ ਜਾ ਸਕਦਾ, ਟਕਿਆ ਨਹੀਂ ਰਹਿ ਸਕਦਾ, ਜਿਵੇਂ ਆਕਾਸ਼ ਨਹੀਂ ਰਹਿ ਸਕਦਾ ਟਕਿਆ। ਸਤ ਚੇਤਨ ਆਨੰਦ ਸਰੂਪ। ਹਾਂ, ਉਹਦੇ ਰੂਪ ਨੇ, ਸਤ ਹੈ ਸਦਾ ਰਹਿਣ ਵਾਲਾ, ਚੇਤਨ ਹੈ। ਸਾਧ ਸੰਗਤ ਜੀ ਜਿੱਥੇ ਉਹਨੂੰ ਯਾਦ ਕਰੋ ਉੱਥੇ ਉਹ ਹਾਜ਼ਰ ਹੈ, ਉਹਨੂੰ ਚੇਤਨ ਕਹਿੰਦੇ। ਤੇ ਆਨੰਦ ਸਰੂਪ ਹੈ, ਉਹਦਾ ਨਾਮ ਜਪ ਕੇ ਬੰਦਾ ਆਨੰਦ ਵਿੱਚ ਮਗਨ ਹੋ ਜਾਂਦਾ ਹੈ। ਹਾਂਜੀ। ਜੀਵ ਜੀਵ ਪ੍ਰਤ ਅਹੈ ਅਨੂਪ। ਮਹਾਰਾਜ ਕਹਿਣ ਲੱਗੇ ਸਤ ਚੇਤਨ ਆਨੰਦ ਸਰੂਪ ਹੋ ਕੇ ਸਭ ਜੀਵਾਂ ਦੇ ਵਿੱਚ ਉਹ ਵਿਆਪ ਰਿਹਾ ਹੈ, ਸਭ ਥਾਵਾਂ ਤੇ ਉਹ ਵਿਆਪ ਰਿਹਾ ਹੈ। ਹਾਂਜੀ। ਭੂਤ ਭਵਿੱਖ ਸਦਾ ਹੀ ਰਹੈ। ਗੱਜ ਕੇ ਆਖੋ। ਉਹ ਪਹਿਲਾਂ ਵੀ ਸੀ, ਆਕਾਸ਼ ਉਦੋਂ ਵੀ ਸੀ ਜਦੋਂ ਘੜਾ ਨਹੀਂ ਬਣਿਆ, ਘੜਾ ਟੁੱਟ ਗਿਆ ਉਦੋਂ ਵੀ ਆਕਾਸ਼ ਤੇ ਆਕਾਸ਼ ਹੀ ਹੈ। ਪਰਮੇਸ਼ਰ ਪਹਿਲਾਂ ਵੀ ਹੈ,
ਅੱਗੇ ਵੀ ਉਨੇ ਹੀ ਰਹਿਣਾ। ਹਾਂਜੀ। ਸਭ ਜੀਵਨ ਮੈਂ ਸਤ ਇਹ ਹੈ। ਔਰ ਇਹ ਵੀ ਹੈ ਵੀ ਸਭ ਜੀਵਾਂ ਦੇ ਵਿੱਚ ਵੀ ਉਹੋ ਹੀ ਹੈ। ਪਰਮੇਸ਼ਰ ਤੋਂ ਬਗੈਰ ਹੈ ਹੀ ਦੂਜਾ ਕੋਈ ਨਹੀਂ। ਇਸੇ ਕਰਕੇ ਭਗਤ ਨਾਮਦੇਵ ਜੀ ਨੇ ਕਹਿ ਦਿੱਤਾ, ਸਭ ਗੋਬਿੰਦ ਹੈ, 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 ਸਭ ਗੋਬਿੰਦ ਹੈ। ਬਿਨ ਨਹੀਂ ਕੋਏ, ਗੋਬਿੰਦ ਬਿਨ ਨਹੀਂ ਕੋਏ, ਗੋਬਿੰਦ ਬਿਨ ਨਹੀਂ ਕੋਏ, ਗੋਬਿੰਦ ਬਿਨ ਨਹੀਂ ਕੋਏ। ਪਰ ਇਹ ਸਭ ਕੁਝ ਕਿਹਦੇ ਵਾਸਤੇ ਜਿਹਦੀ ਅਵਸਥਾ ਬਣ ਜਾਂਦੀ ਹੈ। ਹਾਂਜੀ। ਭੂਤ ਭਵਿੱਖ ਸਦਾ ਹੀ ਰਹੈ, ਸਭ ਜੀਵਨ ਮੈਂ ਸਤ ਇਹ ਆਹੈ। ਕਿਰਿਆ ਕਰਤ ਚੇਤਨਤਾ ਜਾਨ, ਇਹ ਵੀ ਬ੍ਰਹਮ ਰੂਪ ਪਹਿਚਾਨ। ਮਹਾਰਾਜ ਕਹਿੰਦੇ ਚੇਤਨਤਾ ਹੋ ਰਹੀ ਹੈ, ਤੂੰ ਕਿਰਿਆ ਕਰ ਰਿਹਾ, ਇਹ ਵੀ ਇੱਕ ਬ੍ਰਹਮ ਦਾ ਰੂਪ ਹੀ ਪਛਾਣ। ਇਹ ਵੀ ਉਸ ਰੱਬ ਕਰਕੇ ਹੀ ਹੈ। ਕਿੱਥੋਂ ਹੋ ਸਕਦਾ ਹੈ ਸਾਧ ਸੰਗਤ ਜੀ। ਹਾਂਜੀ। ਵਿਸ਼ਿਅਨ ਮਹਿ ਆਨੰਦ ਅਗਿਆਨੀ, ਨਿਜਾਨੰਦ ਪ੍ਰਾਪਤ ਹੈ ਗਿਆਨੀ। ਅਗਿਆਨੀ ਜਿਹੜਾ ਵਿਸ਼ਿਆਂ ਵਿੱਚ ਆਨੰਦ ਲੈ ਲੈਂਦਾ, ਗਿਆਨੀ ਜਿਹੜਾ ਰੱਬ ਦੇ ਨਾਮ 'ਚ ਆਨੰਦ ਲੈ ਲੈਂਦਾ। ਮਹਾਰਾਜ ਕਹਿੰਦੇ ਹਾਂਜੀ। ਸਭ ਕੋ ਭੂਲ ਦੇਹ ਧਰ ਹੰਤਾ, ਪੁਨਹ ਪਦਾਰਥ ਮਮਤਾਵੰਤਾ। ਖੇਡ ਹੀ ਉਹਨੇ ਐਸੀ ਰਚਾਈ ਹੈ ਪਰਮੇਸ਼ਰ ਨੇ, ਜਦੋਂ ਬੰਦਾ ਸਰੀਰ ਧਾਰਨ ਕਰ ਲੈਂਦਾ ਸਭ ਕੁਝ ਹੀ ਭੁੱਲ ਜਾਂਦਾ ਹੈ, ਪਦਾਰਥਾਂ ਵਿੱਚ ਮਸਤ ਹੋ ਜਾਂਦਾ ਹੈ ਜੀ। ਤੁਸੀਂ ਜਿੰਨੇ ਬੈਠੇ ਹੋ, ਵਧੀਆ ਗੱਡੀ ਸਾਨੂੰ ਕਿਹਨੂੰ ਨਹੀਂ ਚੰਗੀ ਲੱਗਦੀ ਜੀ। ਸੱਚੀ ਗੱਲ ਦੱਸਿਓ, ਲੱਗਦੀ ਨਾ ਜੀ। ਵਧੀਆ ਕੱਪੜੇ ਕਿਹਨੂੰ ਨਹੀਂ ਚੰਗੇ ਲੱਗਦੇ ਜੀ। ਹਾਂਜੀ। 5 ਘੰਟੇ ਨਾਮ ਜਪਣ ਦੇ ਬਾਰੇ ਪੁੱਛੀਏ ਤੇ ਕਿਸੇ ਵੇਲੇ ਨਹੀਂ ਸਿਰ ਮਾਰਨਾ ਜੀ। ਮੈਂ ਸਮੇਤ ਆਪਣੀ ਗੱਲ ਕਰਦਾ ਜੀ। ਮਹਾਰਾਜ ਕਹਿੰਦੇ ਖੇਡ ਹੀ ਉਹਨੇ ਇਹ ਰਚਾਈ ਹੈ, ਮਾਇਆ ਲਾ ਦਿੱਤੀ ਬੰਦੇ ਨੂੰ। ਹਾਂਜੀ। ਇਹ ਸਭ ਮਾਇਆ ਕੇਰ ਵਿਕਾਰ। ਇਹ ਬਸ ਉਹ ਮਾਇਆ ਦੇ ਹੀ ਵਿਕਾਰ ਨੇ ਸਾਰੇ ਜੀ, ਰੱਬ ਨੂੰ ਭੁੱਲ ਜਾਣਾ। ਹਾਂਜੀ। ਜੋ ਭਾਸਤ ਹੈ ਨਾਨਾਕਾਰ। ਆ ਮਾਇਆ ਹੀ ਮਾਇਆ ਦਾ ਰੂਪ ਹੈ, ਜੋ ਵੱਖੋ ਵੱਖਰਾ ਸਭ ਕੁਝ ਨਜ਼ਰ ਆ ਰਿਹਾ, ਮਾਇਆ ਦਾ ਹੀ ਰੂਪ ਹੈ। ਹਾਂਜੀ। ਨਹੀਂ ਵਾਸਤਵ ਜਾਣਿਓ ਜਾਏ। ਇਹਦੇ ਵਿੱਚ ਜਦੋਂ ਬੰਦਾ ਪੈ ਜਾਂਦਾ, ਵਾਸਤਵ ਨਹੀਂ ਜਾਣਿਆ ਜਾਂਦਾ, ਰੱਬ ਬਾਰੇ ਨਹੀਂ ਜਾਣਿਆ ਜਾਂਦਾ, ਪਰਮੇਸ਼ਰ ਬਾਰੇ ਨਹੀਂ ਜਾਣਿਆ ਜਾਂਦਾ। ਇਹ ਮਾਇਆ ਕੋ ਰੂਪ ਕਹਾਏ। ਮਹਾਰਾਜ ਕਹਿੰਦੇ ਇਹੋ ਹੀ ਮਾਇਆ ਦਾ ਰੂਪ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਹੀ ਹੈ। ਜਦੋਂ ਦੂਜਾ ਮੋਹ ਪੈਦਾ ਹੁੰਦਾ ਹੈ, ਰੱਬ ਭੁੱਲਦਾ। ਹੋਰ ਕੀ ਹੈ। ਹਾਂਜੀ। ਮੈਂ ਨਹਿ ਜਾਣੋ ਕਰਨ ਬਖਾਨ। ਬੰਦਾ ਕਹਿੰਦਾ ਹੈ ਮੈਂ ਨਹੀਂ ਜਾਣਦਾ ਰੱਬ ਨੂੰ। ਰੱਬ ਕੀ ਹੈਗਾ, ਮੈਂ ਨਹੀਂ ਜਾਣਦਾ ਪਰਮੇਸ਼ਰ ਨੂੰ। ਹਾਂਜੀ। ਇਸੈ ਨਾਮ ਮਾਇਆ ਅਗਿਆਨ। ਇਹੋ ਹੀ ਮਾਇਆ ਹੈ, ਇਹੋ ਹੀ ਅਗਿਆਨ ਹੈ। ਭਾਈ ਰੱਬ ਤੇ ਤੂੰ ਹੈ, ਗੱਜ ਕੇ ਆਖੋ ਤੂੰ ਰੱਬ ਹੀ ਹੈ। ਉਹਦੇ ਵਿੱਚੋਂ ਨਿਕਲਿਆ, ਉਹਦੇ ਵਿੱਚ ਤੂੰ ਸਮਾਉਣਾ ਹੈ। ਜਿੰਨਾ ਚਿਰ ਸਮਾਉਂਦਾ ਨਹੀਂ ਉਹਨਾਂ ਚਿਰ ਤੱਕ ਤੇਰੀ ਛੁੱਟੀ ਨਹੀਂ ਹੋ ਸਕਦੀ। ਹਾਂਜੀ। ਉਭੈ ਸ਼ਕਤ ਕੇ ਧਾਰਨ ਹਾਰੀ। ਹਾਂਜੀ। ਇੱਕ ਆਵਰਨ ਵਿਪੇਖ ਉਚਾਰੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜੀ ਮਾਇਆ ਇਹ 2 ਸ਼ਕਤੀਆਂ ਨੂੰ ਧਾਰਨ ਵਾਲੀ ਹੈ। ਇੱਕ ਆਵਰਨ ਵਿਖੇਪ ਉਚਾਰੀ। ਕੀ ਹੈ? ਇਸ ਨੂੰ ਅਵਿਦਿਆ ਤੇ ਇੱਕ ਹੈ ਵਿਆਕੁਲਤਾ। ਅਵਿਦਿਆ ਤੇ ਵਿਆਕੁਲਤਾ ਇਹ 2 ਮਾਇਆ ਦੀਆਂ ਸ਼ਕਤੀਆਂ ਨੇ ਜੀ। ਬੰਦਾ ਰੱਬ ਵਾਲੇ ਪਾਸੇ ਧਿਆਨ ਲਾਉਣਾ ਹੀ ਨਹੀਂ ਚਾਹੁੰਦਾ, ਜੁੜਨਾ ਹੀ ਨਹੀਂ ਚਾਹੁੰਦਾ। ਹਾਂਜੀ। ਅਵਿਦਿਆ ਹੋਣੀ, ਸੋਝੀ ਨਾ ਹੋਣੀ, ਇਹੋ ਜਿਹੇ ਭੁੱਲੇ ਰਹਿਣਾ। ਆਖਣਾ ਗਿਆਨੀ ਜੀ ਕੋਈ ਸਾਖੀ ਜੀ ਸੁਣਾ ਦਿਓ। ਇਹ ਕਿੱਥੋਂ ਗੱਲਾਂ ਕੱਢੀ ਆਉਂਦੇ ਜੇ, ਇਹ ਨਹੀਂ ਗੱਲਾਂ ਸਾਨੂੰ ਚੇਤੇ ਰਹਿੰਦੀਆਂ।
ਸੋਝੀ ਨਾ ਲੈਣੀ। ਦੂਜਾ ਮਾਇਆ ਪ੍ਰਤੀ ਵਿਆਕੁਲਤਾ ਰਹਿਣੀ, ਕਾਹਲੀ ਰਹਿਣੀ, ਮਿਲ ਜੇ ਇੰਜ ਹੋ ਜੇ, ਇੰਜ ਹੋ ਜੇ। ਹਾਂਜੀ। ਕਰ ਹੈ ਸਰੂਪ ਅਸ਼ਾਦਨ ਜੋਏ, ਹਾਂਜੀ। ਗਿਆਨੀ ਭਨ ਹੈ ਆਵਰਣ ਸੋਏ। ਫਿਰ ਵੀ ਇਹਦਾ ਹੋਰ ਵਿਸਥਾਰ ਮਹਾਰਾਜ ਗੁਰੂ ਅਰਜਨ ਸਾਹਿਬ ਦੱਸ ਰਹੇ, ਗੱਜ ਕੇ ਆਖੋ ਵਾਹਿਗੁਰੂ। ਨਿੱਜੀ ਸਰੂਪ ਨੂੰ ਭੁਲਾ ਦੇਣਾ, ਇਹਨੂੰ ਕੀ ਕਹਿੰਦੇ ਆ? ਇਹਨੂੰ ਸਾਧ ਸੰਗਤ ਜੀ ਅਵਿਦਿਆ ਭਾਵ ਅਗਿਆਨਤਾ ਕਹਿੰਦੇ ਆ। ਸਭ ਤੋਂ ਵੱਡਾ ਅਗਿਆਨ ਕੀ ਹੈ? ਸਭ ਤੋਂ ਵੱਡਾ ਅਗਿਆਨ ਹੈ ਇਹ ਭੁੱਲ ਜਾਣਾ ਵੀ ਮੈਂ ਰੱਬ ਦਾ ਰੂਪ ਹੈਗਾ, ਮੇਰੇ ਵਿੱਚ ਵਾਹਿਗੁਰੂ ਹੈ, ਮੈਂ ਉਹਦੇ ਨਾਲ ਮਿਲਾਪ ਕਰਨਾ ਹੈ। ਇਹ ਸਭ ਤੋਂ ਵੱਡਾ ਅਗਿਆਨ ਹੈਗਾ ਸਾਡਾ ਸਾਰਿਆਂ ਦਾ ਜੀ। ਹਾਂਜੀ। ਜਿਹੇ ਨਾਨ ਤਵ ਪ੍ਰੀਤ ਕਰਾਈ, ਸੋ ਵਿਖੇਪ ਕਰਹਿ ਕਿਹ ਦ੍ਰਿਸ਼ਟਾਈ। ਮਹਾਰਾਜ ਕਹਿੰਦੇ ਜਿਹੜਾ ਨਾਨਾ ਪਨ ਪ੍ਰਤੀਤ ਕਰਾਉਂਦੀ ਹੈ, ਕਈ ਕੁਝ ਹੈ। ਹਾਂਜੀ। ਫਿਰ ਵਿਆਕੁਲਤਾ ਉਹਦੀ ਬਣਦੀ ਹੈ। ਮਹਾਰਾਜ ਕਹਿੰਦੇ ਜਿੱਥੇ ਕਿੱਥੇ ਨਹੀਂ ਹੈ, ਇਹ ਵੇਖਣ 'ਚ ਮਿਲਦੀ ਹੈ। ਵਿਆਕੁਲਤਾ ਮਿਲ ਜੇ, ਮਿਲ ਜੇ, ਮਿਲ ਜੇ। ਕਦੀ ਕਿਸੇ ਨੇ ਕਿਹਾ ਹੀ ਨਹੀਂ ਵਾਹਿਗੁਰੂ ਮਿਲ ਜੇ, ਮੈਂ ਰੱਬ ਨਾਲ ਮਿਲਣਾ ਹੈ। ਹਾਂਜੀ। ਉਪਾਦਾਨ ਇਹ ਸਭ ਜਗ ਕੇਰੀ, ਹਾਂਜੀ। ਹੈ ਅਘਟਨ ਘਟਨਾ ਸੋ ਕਨੇਰੀ। ਮਹਾਰਾਜ ਕਹਿਣ ਲੱਗੇ ਮਾਇਆ ਹੀ ਜਗ ਦਾ ਕਾਰਨ ਹੈ। ਭੁੱਲ ਜਾਂਦਾ ਬੰਦਾ। ਇਹਦੇ ਦੋ ਭਾਵ ਨੇ, ਭੁੱਲਦਾ ਹੈ, ਮੁੜ ਜੰਮਦਾ ਮਰਦਾ, ਪੈਦਾ ਹੋਈ ਜਾਂਦਾ ਮਰੀ ਜਾਂਦਾ, ਏਦਾਂ ਜੱਗ ਬਣਦਾ। ਦੂਜਾ ਆਪਾਂ ਕਹੀਏ ਲੋੜ, ਮਾਇਆ ਲੋੜ, ਤੇ ਆ ਜਿੰਨੀਆਂ ਚੀਜ਼ਾਂ ਜੱਗ ਬਣਿਆ ਮਾਇਆ ਕਰਕੇ ਹੀ ਹੈ ਸਾਰਾ। ਆਹ ਬਣਾ ਲਓ ਪੈਸੇ ਮਿਲ ਜਾਣਗੇ, ਆਹ ਬਣਾ ਲਓ ਪੈਸੇ ਮਿਲ ਜਾਣਗੇ। ਹਾਂਜੀ। ਜਥਾ ਰਜੂ ਹੋਏ ਬਕਰ ਭਰੀ ਹੈ। ਮਹਾਰਾਜ ਕਹਿਣ ਲੱਗੇ ਹੈ ਅਘਟਨ ਘਟਨਾ ਸੋ ਕਨੇਰੀ। ਇਹ ਅਣਬਣਤ ਨੂੰ ਬਣਾਉਣ ਵਾਲੀ ਹੈ। ਜਿਹੜੀ ਚੀਜ਼ ਹੈ ਹੀ ਨਹੀਂ ਉਹਨੂੰ ਵੀ ਬਣਾ ਦਿੰਦੀ ਮਾਇਆ। ਲੋੜ ਕੱਢਦੀ ਮਾਂ ਹੈ ਨਾ। ਜਥਾ ਰਜੂ ਹੋਏ ਬਕਰ ਭਰੀ ਹੈ। ਅਗਿਆਨਤਾ ਕਿੰਨੀ ਹੈ? ਮਹਾਰਾਜ ਕਹਿੰਦੇ ਜਿਵੇਂ ਰਾਤ ਦੇ ਵਿੱਚ ਰੱਸੀ ਪਈ ਹੋਵੇ, ਵਿੰਗੀ ਟੇਢੀ। ਹਾਂਜੀ। ਕਿਹੇ ਨਰ ਨਿਸ਼ਚੈ ਸੋ ਨਾ ਕਰੀ ਹੈ। ਕਿਸੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਪਿਆ। ਹਾਂਜੀ। ਬਿਨ ਜਾਣੈ ਰਜੂ ਤਿਸ ਕਾਲ, ਲਖਿਓ ਸਰਪ ਇਹ ਪਰਿਓ ਕਰਾਲ। ਰਾਤ ਬੜੀ ਹੈ, ਰੱਸੀ ਟੇਢੀ ਮੇਢੀ ਪਈ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਜੋਗੀ ਬੰਦੇ ਨੂੰ ਸੱਪ ਨਜ਼ਰ ਆਉਂਦੀ ਹੈ। ਹਾਂਜੀ। ਰਜ ਤਿਸ਼ਟਾਨ ਪਾਏ ਅਗਿਆਨ, ਹਾਂਜੀ। ਕਾਰਜ ਕੀਨੋ ਸਰਪ ਮਹਾਨ। ਮਹਾਰਾਜ ਕਹਿਣ ਲੱਗੇ ਉਹ ਅਗਿਆਨ ਹੀ ਹੈ ਜਿਹਨੇ ਰੱਸੀ ਨੂੰ ਸੱਪ ਬਣਾਤਾ। ਰੱਸੀ ਦਾ ਆਸਰਾ ਲੈ ਕੇ ਸੱਪ ਬਣ ਗਿਆ। ਕੀ ਅਗਿਆਨ? ਅਗਿਆਨ ਨੇ ਰੱਸੀ ਨੂੰ ਸੱਪ ਬਣਾਇਆ। ਹਾਂਜੀ। ਤਿਮ ਮਾਇਆ ਤਿਸ਼ਟਾਂਤ ਤਰੰਤ, ਹਾਂਜੀ। ਬ੍ਰਹਮ ਆਸਰੇ ਵਿਸ਼ੇ ਕਰੰਤ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜਿਵੇਂ ਮਾਇਆ ਅਸਲੀ ਤੇ ਮਾਇਆ ਨੇ ਬਣਾਇਆ ਅਗਿਆਨ ਕਰਕੇ ਸੱਪ, ਉਸੇ ਰੱਸੀ ਨੂੰ ਪਤਾ ਨਹੀਂ ਹੈ ਨਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੀ ਮਾਇਆ ਉਹਨੇ ਰੱਸੀ ਦਾ ਰੂਪ ਧਾਰਨ ਕੀਤਾ, ਤੇ ਅਗਿਆਨ ਜਿਹੜਾ ਬ੍ਰਹਮ ਦੇ ਆਸਰੇ ਹੀ ਹੈ ਤੇ ਬ੍ਰਹਮ ਨੂੰ ਹੀ ਵਿਸ਼ੇ ਕਰਦਾ ਹੈ। ਭਾਵ ਆਸਰਾ ਤੇ ਬ੍ਰਹਮ ਦਾ ਹੀ ਹੈ ਪਿੱਛੇ, ਪਰ ਅਗਿਆਨ ਇੰਨਾ ਜ਼ਿਆਦਾ ਹੈ ਉਹ ਕਿਸੇ ਨੂੰ ਸਮਝ ਨਹੀਂ ਪੈਣ ਦਿੰਦਾ। ਤੁਸੀਂ ਵੇਖ ਲਓ, ਤੁਸੀਂ ਕਹੋਗੇ ਇਹ ਕੀ ਬੋਲਦਾ ਹੈ, ਪਤਾ ਨਹੀਂ, ਕਈ ਵਾਰੀ ਲੱਗਦਾ। ਸਿੱਧੀ ਜੀ ਗੱਲ ਇਹ ਹੈ, ਭੁਲੇਖਿਆਂ ਦੇ ਵਿੱਚ ਬੰਦਾ ਪਈ ਜਾਂਦਾ ਰੱਬ ਤੋਂ ਦੂਰ ਹੋਈ ਜਾਂਦਾ। ਨਿੱਕਾ ਜਿਹਾ ਭੁਲੇਖਾ, ਰੱਸੀ ਸੱਪ ਨਜ਼ਰਾਉਣ ਲੱਗ ਪਈ। ਖਲੋਤਾ ਬੰਦਾ ਪਹਿਲਾਂ ਤੇ ਸਾਰਾ ਸਰੀਰ ਡਰ ਗਿਆ ਵੀ ਸੱਪ ਹੈ। ਆਪ ਵੀ ਡਰਿਆ, ਘਰਦਿਆਂ ਨੂੰ ਵੀ ਦੱਸਿਆ, ਉਹਨਾਂ ਨੇ ਵੀ ਕਿਹਾ ਹਾਂ ਸੱਪ ਪਿਆ ਉੱਥੇ। ਪਰ ਸਭ ਕੁਝ ਉਦੋਂ ਦੂਰ ਹੁੰਦਾ ਜਦੋਂ ਚਾਨਣ ਚੜ੍ਹਦਾ, ਪਤਾ ਲੱਗ ਜਾਂਦਾ। ਓਹੋ ਅਸੀਂ ਤਾਂ ਐਵੇਂ ਡਰਦੇ ਰਹੇ, ਤੇ ਰੱਸੀ ਹੈਗੀ ਹੈ। ਮਾਂ ਕਹਿੰਦੇ ਕਿੰਨਾ ਭੁਲੇਖਾ ਪੈਂਦਾ ਹੈ। ਹਾਂਜੀ। ਜਥਾ ਤਿਮਰ ਹੋਏ ਕੋਸ਼ਟ ਅੰਤਰ, ਕੋਠਾ ਆਸ਼ਰੇ ਤਾਹੇ ਨਿਰੰਤਰ। ਮਹਾਰਾਜ ਕਹਿਣ ਲੱਗੇ ਕੋਠੇ ਦੇ ਅੰਦਰ ਹਨੇਰਾ, ਜਿਵੇਂ
ਹਨੇਰੇ ਨੂੰ ਆਸਰਾ ਕਿਹਦਾ? ਕੋਠੇ ਦਾ ਹੀ ਹੈ ਨਾ। ਕੱਢ ਕੇ ਆਖੋ ਵਾਹਿਗੁਰੂ। ਹਨੇਰੇ ਨੂੰ ਆਸਰਾ ਕੋਠੇ ਦਾ ਹੈ। ਕੋਠੇ ਦੇ ਅੰਦਰ ਹਨੇਰਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਬਿਨ ਕੋਸ਼ਟ ਅੰਧਕਾਰ ਨਹੀਂ ਹੈ। ਜੇ ਕੋਠਾ ਹੀ ਨਾ ਹੋਵੇ ਤੇ ਮਹਾਰਾਜ ਕਹਿਣ ਲੱਗੇ ਫਿਰ ਹਨੇਰਾ ਨਹੀਂ ਹੋਣਾ। ਜੇ ਮਾਇਆ ਹੀ ਨਾ ਹੋਵੇ ਤੇ ਭੁਲੇਖਾ ਨਹੀਂ ਹੋਣਾ। ਹਾਂਜੀ, ਯਾਂਤੇ ਆਸ਼ਰੈ ਤਾਹੇ ਉਹੀ ਹੈ। ਮਹਾਰਾਜ ਕਹਿਣ ਲੱਗੇ ਕਿਉਂ ਹਨੇਰੇ ਦਾ ਆਸਰਾ ਹੀ ਕੋਠਾ ਹੈ। ਕੋਠਾ ਹੈ ਤੇ ਕੋਠੇ 'ਚ ਹਨੇਰਾ ਹੈ। ਜੇ ਕੋਠਾ ਹੋਵੇ ਹੀ ਨਾ ਤਾਂ ਉਹਦੇ 'ਚ ਹਨੇਰਾ ਕਿਵੇਂ ਹੋਏਗਾ? ਪੁੰਨ ਸੋ ਤਿਮਰ ਫੈਲ ਤਿਹ ਹੀ ਕੋ, ਵਿਸ਼ੈ ਕਰਤ ਤਿਸ ਕੋਸ਼ਟ ਹੀ ਕੋ। ਮਹਾਰਾਜ ਕਹਿਣ ਲੱਗੇ ਪਹਿਲਾਂ ਕੋਠਾ ਬਣਿਆ, ਫਿਰ ਉਹਨੂੰ ਬੰਦ ਕਰਤਾ, ਉਹਦੇ 'ਚ ਹਨੇਰਾ ਫੈਲ ਗਿਆ ਜੀ। ਹਾਂਜੀ, ਸ਼ਾਦ ਲੇਤ ਚਹੂ ਔਰ ਨਮਾਹੇ। ਉਹਨੇ ਕੋਠੇ ਨੂੰ ਵੀ ਢੱਕ ਲਿਆ ਜੀ, ਅੰਦਰ ਦੇ ਸਾਰੇ ਹਿੱਸੇ ਨੂੰ ਢੱਕ ਲਿਆ ਉਹਨੇ ਜੀ, ਹਨੇਰੇ ਨੇ। ਹਾਂਜੀ, ਜਿਸ ਤੇ ਦ੍ਰਿਸ਼ਟ ਪਰਤ ਹੈ ਨਾਹੇ। ਉਹਦੇ ਵਿੱਚ ਕੀ ਪਿਆ ਕੁਝ ਪਤਾ ਨਹੀਂ ਲੱਗਦਾ। ਹਾਂਜੀ, ਜਤ ਤਥਾ ਬ੍ਰਹਮ ਕੋ ਮਾਇਆ ਜਾਨ। ਬਸ ਇਸੇ ਤਰ੍ਹਾਂ ਹੀ ਬ੍ਰਹਮ ਦੀ ਮਾਇਆ ਨੂੰ ਸਮਝ ਮਹਾਰਾਜ ਕਹਿਣ ਲੱਗੇ। ਹਾਂਜੀ, ਆਸ਼ਰੈ ਵਿਸ਼ੈ ਕਰਤ ਬੁੱਧਵਾਨ। ਆਸਰਾ ਤੇ ਬ੍ਰਹਮ ਹੀ ਹੈ। ਜੇ ਬ੍ਰਹਮ ਨੇ ਚੇਤਨ ਸੱਤਾ ਨਾ ਪਾਈ ਹੋਏ, ਮਾਇਆ ਨਾ ਲਾਈ ਹੋਵੇ, ਅਗਿਆਨ ਵੀ ਨਹੀਂ ਹੁੰਦਾ ਬੰਦੇ ਨੂੰ। ਤੇ ਜੇ ਗਿਆਨ ਹੈ ਤੇ ਗਿਆਨ ਦਾ ਆਸਰਾ ਵੀ ਤੇ ਬ੍ਰਹਮ ਹੀ ਹੈ ਨਾ। ਗੱਜ ਕੇ ਆਖੋ ਵਾਹਿਗੁਰੂ, ਰੱਬ ਹੀ ਹੈ ਨਾ। ਹਾਂਜੀ, ਜਬ ਅਗਿਆਨ ਸਕਾਰਜ ਸਾਰੇ, ਭ੍ਰਮ ਛੁੱਟ ਜਾਏ ਸਰੂਪ ਨਿਹਾਰੇ। ਮਹਾਰਾਜ ਕਹਿਣ ਲੱਗੇ ਜਦੋਂ ਅਗਿਆਨ ਦਾ ਕਾਰਜ ਪ੍ਰਪੰਚ ਹੈ ਤਾਂ ਅਗਿਆਨ ਦੇ ਸਾਰੇ ਉਸ ਦਾ ਕਾਰਜ ਪ੍ਰਪੰਚ ਭਰਮ ਕਰਕੇ ਹੀ ਹੁੰਦਾ ਹੈ। ਇਹਦਾ ਭਾਵ ਫਿਰ ਦੁਬਾਰਾ ਧਿਆਨ ਨਾਲ ਸਮਝਿਓ ਇਸ ਗੱਲ ਨੂੰ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਆ ਮਾਇਆ ਹੈ, ਅਗਿਆਨ ਹੈ। ਜਿੰਨਾ ਚਿਰ ਤੱਕ ਬੰਦੇ ਦੀ ਬੁੱਧੀ ਦੇ ਵਿੱਚ, ਬੰਦੇ ਦੇ ਵਿੱਚ ਜਿੰਨਾ ਚਿਰ ਤੱਕ ਅਗਿਆਨ ਹੈ, ਸਾਰੇ ਪ੍ਰਪੰਚ ਕਾਰਜ ਉਹਨਾਂ ਚਿਰ ਤੱਕ ਹੀ ਨੇ। ਜਦੋਂ ਗਿਆਨ ਹੋ ਗਿਆ ਸਭ ਕੁਝ ਛੁੱਟ ਜਾਣਾ ਹੈ। ਫਿਰ ਤੇ ਲੱਗ ਜਾਣੀਆਂ ਚੌਂਕੜੇ ਤੇ ਸਮਾਧੀਆਂ ਲੱਗ ਜਾਣੀਆਂ ਤੇ ਬੰਦੇ ਨੇ ਲੀਨ ਹੋ ਜਾਣਾ ਵਾਹਿਗੁਰੂ ਵਿੱਚ ਦੇ। ਹਾਂਜੀ, ਪਰਮ ਤਤ ਕੋ ਮਤ ਕਰ ਜਾਨਾ। ਪਰਮ ਤਤ ਨੂੰ ਨਹੀਂ ਬੰਦਾ ਜਾਣਦਾ। ਤਤ ਪਰਮੇਸ਼ਰ ਹੈ, ਇਹਨੂੰ ਨਹੀਂ ਜਾਣਦਾ। ਹਾਂਜੀ, ਏਕ ਓੰਕਾਰ ਮਹਤ ਮਹੀਆਨਾ। ਏਕ ਓੰਕਾਰ ਵਾਹਿਗੁਰੂ ਪਰਮੇਸ਼ਰ ਜੋ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਉਹਨੂੰ ਨਹੀਂ ਜਾਣਦਾ, ਅਗਿਆਨ ਹੈ। ਹਾਂਜੀ, ਏਕ ਆਤਮਾ ਬ੍ਰਹਮ ਅਨਸ਼ਵ ਹੈ, ਸਦਾ ਆਨੰਦੀ ਜੋ ਇੱਕ ਰਸ ਹੈ। ਮਹਾਰਾਜ ਕਹਿਣ ਲੱਗੇ ਇਸ ਕਰਕੇ ਇਹ ਸੰਸਾਰ ਤੇ ਭੰਬਲ ਭੂਸਾ ਹੀ ਹੈ। ਅੰਦਰ ਬੈਠੀ ਜਿਹੜੀ ਆਤਮਾ ਇਹ ਨਾਸ਼ ਨਹੀਂ ਹੋ ਸਕਦੀ, ਇਹ ਅਨਾਦੀ ਹੈ, ਇਹ ਇੱਕ ਰਸ ਰਹਿਣ ਵਾਲੀ ਹੈ। ਹਾਂਜੀ, ਆਏ ਨਾ ਜਾਏ ਕਿਤਹੂ ਤੇ ਕੋਈ। ਹਾਂਜੀ, ਵਿਆਪਕ ਸਰਬ ਗਗਨ ਮੈਂ ਸੋਈ। ਨਾ ਕੋਈ ਕਿਸੇ ਥਾਂ ਤੋਂ ਵਾਹਿਗੁਰੂ ਆਏ ਨਾ ਜਾਏ ਕਿਤਹੂ ਤੇ ਕੋਈ, ਕੋਈ ਕਿਤੋਂ ਨਹੀਂ ਆਉਂਦਾ, ਕੋਈ ਕਿਤੇ ਨਹੀਂ ਜਾਂਦਾ। ਆਕਾਸ਼ ਵਾਂਗੂ, ਜਿਵੇਂ ਆਕਾਸ਼ ਸਭ ਥਾਵਾਂ ਤੇ ਹੈ, ਜਿੱਥੇ ਮਰਜ਼ੀ ਚਲੇ ਜਾਓ। ਸਾਰੀ ਆਤਮਾ ਰੱਬ ਦਾ ਰੂਪ ਹੈ। ਜਿੰਨੀਆਂ ਆਤਮਾਵਾਂ ਨੇ ਸਾਰੀਆਂ ਵਾਹਿਗੁਰੂ ਦਾ ਰੂਪ ਨੇ। ਉਹ ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਹੋਰ ਵਿੱਚੋਂ ਨਹੀਂ ਆਉਂਦੀਆਂ ਜੀ, ਤੇ ਵਾਹਿਗੁਰੂ ਤੋਂ ਬਗੈਰ ਕਿਸੇ ਹੋਰ ਦੇ ਵਿੱਚ ਜਾਂਦੀਆਂ ਵੀ ਨਹੀਂ ਹਨ। ਹਾਂਜੀ, ਅਦਵੈ ਅਨੰਤਮ ਸਭ ਥਾਨ, ਨਿਹਕਲ ਅਕਰੈ ਅਜੈ ਮਹਾਨ। ਕਹਿਣ ਲੱਗੇ ਸਭ ਥਾਵਾਂ ਵਾਹਿਗੁਰੂ, ਸਭ ਥਾਂ ਦਵੈਤ ਰਹਿਤ ਆਨੰਦਮਈ ਆਤਮਾ ਹੀ ਹੈ, ਭਾਵ ਪਰਮੇਸ਼ਰ ਹੀ ਹੈ ਸਭ ਥਾਵਾਂ ਤੇ। ਮਾਰ ਕਹਿੰਦੇ ਕਲਪਨਾ ਰਹਿਤ ਹੈ, ਕਿਰਿਆ ਰਹਿਤ ਹੈ, ਮਹਾਨ ਹੈ, ਅਜਨਮ ਹੈ। ਆਤਮਾ ਦਾ ਜਨਮ ਨਹੀਂ ਹੁੰਦਾ। ਹਾਂਜੀ, ਗੁਰ ਪੂਰਨ ਸੋ ਮਿਲ ਹੈ ਜਬੈ। ਸਿੱਧੀ ਜੀ ਗੱਲ ਹੈ। ਪਾਣੀ ਦੀ ਬੂੰਦ ਉਹਦਾ ਤੁਸੀਂ ਕਹੋਗੇ ਵੀ ਇਹਦਾ ਜਨਮ ਹੋਇਆ? ਨਹੀਂ, ਇਹ ਕਹਿ ਸਕਦੇ ਆ ਪਾਣੀ ਵਿੱਚੋਂ ਕੱਢ ਕੇ ਇਹਨੂੰ ਇੱਥੇ ਰੱਖਤਾ, ਪਰ ਹੈ ਤੇ ਉਹ ਪਾਣੀ ਨਾ। ਤੇ ਅਸੀਂ ਇਹ ਕਵਾਂਗੇ ਵੀ ਇਹਦਾ ਜਨਮ ਹੋਇਆ? ਨਹੀਂ, ਉਹਦਾ ਜਨਮ ਨਹੀਂ ਹੁੰਦਾ।
ਮਹਾਰਾਜ ਕਹਿੰਦੇ ਆਤਮਾ ਦਾ ਵੀ ਜਨਮ ਥੋੜੀ ਉਹ ਹੁੰਦਾ। ਗੁਰ ਪੂਰਨ ਸੋ ਮਿਲ ਹੈ ਜਪੈ, ਜਦੋਂ ਬੰਦਾ ਪੂਰਨ ਗੁਰੂ ਦੇ ਨਾਲ ਮਿਲਦਾ ਹੈ। ਹਾਂਜੀ, ਹਉਮੈ ਮਲ ਨਿਰਵਾਰਹਿ ਸਬੈ, ਫਿਰ ਗੁਰੂ ਕਿਰਪਾ ਕਰਕੇ ਹਉਮੈ ਦੀ ਮੈਲ ਬੰਦੇ ਦੇ ਉੱਤੋਂ ਲਾ ਦਿੰਦੇ। ਹਾਂਜੀ, ਸਭ ਹਿਨ ਤੇ ਉਤਕ੍ਰਿਸ਼ਟ ਜੋ ਗਤ ਹੈ, ਫਿਰ ਸਾਰਿਆਂ ਤੋਂ ਉੱਚੀ ਜਿਹੜੀ ਗਤੀ ਅਵਸਥਾ ਹੈ, ਸੋ ਪ੍ਰਾਪਤ ਹੋਏ ਆਨੰਦ ਸਤ ਹੈ, ਉਹ ਫਿਰ ਬੰਦੇ ਨੂੰ ਪ੍ਰਾਪਤ ਹੋ ਜਾਂਦੀ ਹੈ। ਹਾਂਜੀ, ਪੁਨ ਨਿਰਵਾਰਤ ਨਹੀਂ ਜਿਤ ਹੋਏ, ਹਾਂਜੀ, ਅੰਮ੍ਰਿਤ ਰੂਪ ਏਕ ਰਸ ਸੋਏ। ਬਸ ਫਿਰ ਬੰਦਾ ਵਾਹਿਗੁਰੂ ਦੇ ਵਿੱਚ ਹੀ ਮਿਲ ਜਾਂਦਾ ਹੈ, ਫਿਰ ਅੰਮ੍ਰਿਤ ਰੂਪ ਹੋ ਜਾਂਦਾ, ਇੱਕ ਰਸ ਹੋ ਜਾਂਦਾ, ਆਉਣਾ ਜਾਣਾ ਮੁੱਕ ਜਾਂਦਾ ਹੈ। ਇਹ ਮਹਾਰਾਜ ਜੋਗੀ ਨੂੰ ਬਚਨ ਕਰ ਰਹੇ ਆ। ਵੇਖੋ ਮਹਾਰਾਜ, ਆਮ ਜੇ ਸਿੱਖ ਆਉਂਦੇ ਆ ਨਾ, ਗੱਲਾਂ ਧਿਆਨ ਨਾਲ ਮਹਾਰਾਜ ਦੀ ਕਥਾ ਸੁਣਿਆ ਕਰੋ। ਜਦੋਂ ਬਿਲਕੁਲ ਸਧਾਰਨ ਆਉਂਦੇ, ਮਹਾਰਾਜ ਕੀ ਕਰੀਏ? ਮਹਾਰਾਜ ਕਹਿੰਦੇ ਲੋੜਵੰਦਾਂ ਦੀ ਸੇਵਾ ਕਰਿਆ ਕਰੋ ਤੇ ਨਾਮ ਜਪਿਆ ਕਰੋ। ਇਹੋ ਕਹਿੰਦੇ ਨਾ ਮਹਾਰਾਜ। ਇੱਕ ਵਾਰੀ ਗੱਜ ਕੇ ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਕਥਾ ਥੋੜੀ ਮਹਿੰਗੀ ਸੀ, ਹੰਗਾਰਾ ਦੇ ਦਿਆ ਕਰੋ, ਮੈਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਸੁਣ ਰਹੇ ਹੋ। ਗੱਜ ਕੇ ਆਖੋ ਵਾਹਿਗੁਰੂ। ਤੇ ਸਿੱਧੇ ਦੇ ਬੰਦੇ ਆਉਂਦੇ। ਦਰਜੀ ਆਇਆ ਗੁਰੂ ਅਮਰਦਾਸ ਸਾਹਿਬ ਕੋ, ਮਹਾਰਾਜ ਮੈਂ ਕਿਵੇਂ ਸੇਵਾ ਕਰਾਂ? ਮਹਾਰਾਜ ਕਹਿੰਦੇ ਕੱਪੜੇ ਸੀ ਕੇ ਦੇ ਦਿਆ ਕਰ, ਪੈਸੇ ਨਾ ਲਿਆ ਕਰ। ਉਹਦਾ ਉਹਦੇ 'ਚ ਭਲਾ ਕਰਤਾ। ਜੋਗੀ ਇਸ ਪਾਸੇ ਤੁਰਿਆ ਹੋਇਆ, ਮਹਾਰਾਜ ਨੇ ਉਹਨੂੰ ਇਹ ਗੱਲਾਂ ਦੱਸ ਦਿੱਤੀਆਂ, ਕਰਨਾ ਦੋਵਾਂ ਦਾ ਭਲਾ ਹੀ ਹੈ। ਸਿੱਧੇ ਦੇ ਬੰਦੇ ਆਉਂਦੇ ਆ, ਸੇਵਾ ਕਰਨ ਦੇ ਆ, ਬਾਟਾ ਚੁੱਕਿਆ, ਮਹਾਰਾਜ ਕਹਿੰਦੇ ਬੋਲੋ ਸਤਨਾਮ ਵਾਹਿਗੁਰੂ, ਸੇਵਾ ਕਰੋ, ਉਹਨਾਂ 'ਚ ਭਲਾ ਹੋ ਰਿਹਾ। ਜੋਗੀ ਗੁੰਝਲਦਾਰ ਸਵਾਲ ਕਰਨ ਦੇ ਆ, ਅਸਲ 'ਚ ਗੁੰਝਲਦਾਰ ਨਹੀਂ ਹੈ, ਉਹ ਅੰਦਰ ਦੀ ਗੱਲ ਕਰਦਾ ਹੈ। ਮਹਾਰਾਜ ਉਹਦੇ ਨਾਲ ਉਹੋ ਜਿਹੀ ਗੱਲ ਕਰ ਰਹੇ ਹੈ। ਸੋ ਮਹਾਰਾਜ ਕਿਰਪਾ ਕਰਨ, ਅੱਜ ਪੋਹ ਦਾ ਮਹੀਨਾ ਪ੍ਰਾਰੰਭ ਹੋਇਆ। ਇਸ ਪੋਹ ਦੇ ਮਹੀਨੇ ਨੂੰ ਗੁਰੂ ਕਲਗੀਧਰ ਜੀ ਨੇ ਪਵਿੱਤਰ ਕੀਤਾ। ਕਿਵੇਂ? ਪੋਹ ਦਾ ਮਹੀਨਾ ਸੀ, ਸੁਦੀ ਚੱਲ ਰਹੀ ਸੀ, 7 ਤਰੀਕ ਸੀ ਉਸ ਦਿਨ, ਜਿਸ ਦਿਨ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਨ ਕੀਤਾ ਜੀ। ਪੋਹ ਸੁਦੀ ਸਪਤਮੀ, ਸੁਦੀ ਵਧੀ ਅੱਗੇ ਪਿੱਛੇ ਹੋ ਜਾਂਦੀ ਹੈ। ਤੇ ਨਾਲ ਪੋਹ ਦੇ ਮਹੀਨੇ ਵਿੱਚ ਗੁਰੂ ਦੇ ਲਾਲਾਂ ਦੀ ਸ਼ਹੀਦੀ ਪਾਈ ਜੀ। ਕੱਲ ਰਾਤ ਅਸੀਂ ਫਤਿਹਗੜ੍ਹ ਸਾਹਿਬ ਗਏ ਸਾਂ, ਤੇ ਜਿੱਥੇ ਠੰਡਾ ਬੁਰਜ ਹੈ, ਉੱਥੇ ਧਰਤੀ ਇੰਨੀ ਠੰਡੀ ਸੀਗੀ, ਪੈਰ ਰੱਖਿਆ ਠੰਡ ਮਹਿਸੂਸ ਹੁੰਦੀ ਸੀਗੀ। ਮੇਰੇ ਨਾਲ ਸਿੰਘ ਸੀ ਗਿਆਨੀ ਸੂਰਤਾ ਸਿੰਘ, ਉਹ ਕਹਿਣ ਲੱਗੇ 50 ਸਾਲ ਪਹਿਲਾਂ ਵੀ ਮੈਂ ਆਉਂਦਾ ਸਾਂ, ਤੇ ਉਦੋਂ ਆ ਇੰਨੀਆਂ ਇਮਾਰਤਾਂ ਨਹੀਂ ਸੀ ਹੁੰਦੀਆਂ ਇੱਥੇ। ਕਹਿੰਦੇ ਉਦੋਂ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਸੀ, ਇਮਾਰਤਾਂ ਠੰਡ ਰੋਕ ਲੈਂਦੀਆਂ ਨੇ ਨਾ। ਕਹਿੰਦੇ ਉਦੋਂ ਬਹੁਤ ਠੰਡ ਹੁੰਦੀ ਸੀ, ਤੇ 50 ਸਾਲ ਪਹਿਲਾਂ ਘੱਟ ਇਮਾਰਤਾਂ ਸਨ, ਤੇ ਜਦੋਂ 300 ਸਾਲ ਪਹਿਲਾਂ ਜਾਈਏ ਤੇ ਉਦੋਂ ਤੇ ਰੁੱਖ ਹੀ ਸਨ, ਤੇ ਕੋਰਾ ਹੀ ਡਿੱਗਦਾ ਸੀਗਾ ਜੀ। 2 ਰਾਤਾਂ ਗੁਰੂ ਕੇ ਲਾਲ ਬੈਠੇ ਠੰਡੇ ਬੁਰਜ ਵਿੱਚ, ਧੰਨ ਮਾਤਾ ਜੀ ਮਾਤਾ ਗੁਜਰੀ ਜੀ ਬੈਠੇ। ਆਮ ਬੰਦਾ ਹੁੰਦਾ, ਜੇ ਰੱਬ ਦੇ ਨਾਮ ਦਾ ਆਸਰਾ ਨਾ ਹੁੰਦਾ, ਸੱਚੀ ਗੱਲ ਹੈ, ਆਮ ਬੰਦਾ ਇੱਕ ਰਾਤ ਵਿੱਚ ਹੀ ਉਹਦਾ ਚਾਲਾ ਵੱਜ ਜਾਣਾ ਸੀਗਾ ਜੀ, ਜਿੰਨੀ ਠੰਡ ਸੀ। ਇੱਕ ਰਾਤ 'ਚ ਚਾਲਾ ਵੱਜ ਜਾਣਾ ਸੀ, ਉਹਦਾ ਮੌਤ ਹੋ ਜਾਂਦੀ। ਚਲੋ ਨੌਜਵਾਨ ਹੋਵੇ, ਸਰੀਰ ਤਗੜਾ ਹੋਵੇ, ਠੰਡ ਸਹਿ ਲੇ। ਬੱਚਿਆਂ ਨੂੰ ਵੀ ਠੰਡ ਜ਼ਿਆਦਾ ਲੱਗਦੀ ਤੇ ਬਜ਼ੁਰਗਾਂ ਨੂੰ ਵੀ ਜ਼ਿਆਦਾ ਲੱਗਦੀ। ਤੇ ਤੁਸੀਂ ਵੇਖੋ, ਉਹਨਾਂ ਦੇ ਕੋਲ ਵਾਹਿਗੁਰੂ ਦਾ ਨਾਮ ਸੀ। ਮਹਾਰਾਜ ਦਾ ਬਚਨ ਬਿਲਕੁਲ ਸੱਚਾ ਹੈ, ਪੋਖ ਤੁਖਾਰ ਨਾ ਵਿਆਪਈ, ਵਿਆਪਈ ਕੰਠ ਮਿਲਿਆ ਹਰ ਨਾਮ। ਭਾਵੇਂ ਅਰਥ ਅਸੀਂ ਅੰਤਰੀਵ ਕਰ ਦਈਏ ਕਿ ਤੁਖਾਰ ਦਾ ਅਰਥ ਹੈਗਾ ਵਕਾਰ, ਕਿ ਉਹਨਾਂ ਨੂੰ ਵਕਾਰ ਨਹੀਂ ਅਸਰ ਕਰਦੇ ਜਿਨ੍ਹਾਂ ਦੇ ਹਿਰਦੇ ਰੂਪ ਅੰਦਰ ਪਰਮੇਸ਼ਰ ਰੂਪ ਪਤੀ ਆ ਕੇ ਬਹਿੰਦਾ। ਪਰ ਪਿਆਰਿਓ, ਚੇਤਾ ਰੱਖਿਓ, ਬਾਣੀ ਦੇ ਸਿੱਧੇ ਅਰਥ ਉਹ ਵੀ ਸੱਚ ਨੇ। ਜੇ ਗੁਰੂ ਨੇ ਕਿਹਾ, ਉਹ ਗੱਲ ਬਿਲਕੁਲ ਸੱਚ ਹੈ। ਪੋਹ ਦੇ ਮਹੀਨੇ ਵਿੱਚ ਵੀ ਉਹਨਾਂ ਨੂੰ ਠੰਡ ਨਹੀਂ ਲੱਗਦੀ, ਜਿਨ੍ਹਾਂ ਦਾ ਮਿਲਾਪ ਵਾਹਿਗੁਰੂ ਰੂਪੀ ਪਤੀ ਦੇ ਨਾਲ ਹੋਇਆ ਹੈ। ਜਿੰਨੀ ਮਰਜ਼ੀ ਠੰਡ ਹੋਵੇ, ਆਪਾਂ ਬੈਠੇ ਸਾਨੂੰ ਠੰਡ ਲੱਗੇਗੀ, ਥੱਲੇ 2 ਮੈਟ ਵਿਛੇ ਹੈ, ਪਰ ਪਿਆਰਿਓ ਉੱਥੇ ਕੋਈ ਮੈਟ ਨਹੀਂ ਸੀਗਾ ਜੀ, ਕੋਈ ਨਹੀਂ ਉਹਨਾਂ ਨੂੰ ਠੰਡ ਲੱਗੀ।
ਉਹਨਾਂ ਅਰਥ ਕਰਕੇ ਵਿਖਾਏ ਬਾਣੀ ਦੇ। ਆਉਣ ਵਾਲੇ ਦਿਨਾਂ ਵਿੱਚ ਆਪਾਂ ਉਹ ਇਤਿਹਾਸ ਵੀ ਵਾਚਣਾ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਬਖਸ਼ਣ, ਸਾਰਿਆਂ ਨੂੰ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।